ਸਿੱਖ ਚੈਨਲ ਦੇਖ ਰਹੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਮਨਦੀਪ ਸਿੰਘ ਗੰਦ ਵੱਲੋਂ ਬੁਲਾਈ ਫਤਿਹ ਪ੍ਰਵਾਨ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਸਾਡੇ ਬੱਚੇ ਸਾਡਾ ਭਵਿੱਖ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਲਈ ਇੱਕ ਵਾਰੀ ਫਿਰ ਸਤਨਾਮ ਸਿੰਘ ਜੀ ਪ੍ਰੋਗਰਾਮ ਵਿੱਚ ਹਾਜ਼ਰ ਨੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਸਤਨਾਮ ਸਿੰਘ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਪਿਛਲੇ ਪ੍ਰੋਗਰਾਮਾਂ ਨੂੰ ਸਾਡੇ ਦਰਸ਼ਕਾਂ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਗਿਆ। ਅਸੀਂ ਤੁਹਾਡੇ ਪਹਿਲਾਂ ਉਹਨਾਂ ਦਾ ਵੱਲੋਂ ਭੇਜਿਆ ਹੋਇਆ ਪਿਆਰ ਅਤੇ ਤੁਹਾਡਾ ਧੰਨਵਾਦ ਕਰਨਾ ਚਾਹਾਂਗੇ। ਅਤੇ ਨਾਲ ਦੀ ਨਾਲ ਦਰਸ਼ਕਾਂ ਵੱਲੋਂ ਹੀ ਇੱਕ ਫੀਡਬੈਕ ਵਿੱਚ ਸਾਨੂੰ ਸਵਾਲ ਆਇਆ, ਮੈਂ ਗੱਲ ਉੱਥੋਂ ਹੀ ਸ਼ੁਰੂ ਕਰਨੀ ਚਾਹਾਂਗਾ ਕਿ ਇਸ ਪ੍ਰੋਗਰਾਮ ਦੇ ਇਸ ਸਬਜੈਕਟ ਵੱਲ ਜਿਹਦੇ 'ਤੇ ਬਹੁਤ ਜ਼ਿਆਦਾ ਲੋੜ ਹੈ ਔਰ ਵਾਕਈ ਜਿਸ ਤਰ੍ਹਾਂ ਦੀ ਸਾਨੂੰ ਫੀਡਬੈਕ ਮਿਲੀ ਆ ਉਹ ਤੋਂ ਸਾਨੂੰ ਹੌਸਲਾ ਵੀ ਵਧਿਆ ਕਿ ਅਸੀਂ ਸਹੀ ਦਿਸ਼ਾ ਵੱਲ ਕੋਈ ਪ੍ਰੋਗਰਾਮ ਕਰ ਰਹੇ ਹਾਂ। ਉਹਨਾਂ ਦਾ ਇੱਕ ਸਵਾਲ ਇਹ ਹੈ ਕਿ ਤੁਹਾਡਾ ਇਸ ਵਿਸ਼ੇ ਪ੍ਰਤੀ ਝੁਕਾਅ ਕਿਵੇਂ ਹੋਇਆ, ਜਾਂ ਕਹ ਲਓ ਤੁਹਾਨੂੰ ਇਸ ਦੀ ਅਟਰੈਕਸ਼ਨ ਕਿਵੇਂ ਹੋਈ ਕਿ ਬੱਚਿਆਂ ਪ੍ਰਤੀ ਜਿਹੜੀ ਸਾਡੀ ਸਮੂਹਕ ਲਾਪਰਵਾਹੀ ਚੱਲ ਰਹੀ ਹੈ, ਜਾਂ ਕਹ ਲਓ ਬੱਚਿਆਂ ਅਤੇ ਮਾਪਿਆਂ ਦਾ ਜਿਹੜਾ ਗੈਪ ਵੱਧ ਰਿਹਾ, ਇਹਦੇ 'ਚ ਤੁਹਾਡਾ ਇੰਟਰਸਟ ਕਿਵੇਂ ਕ੍ਰੀਏਟ ਹੋਇਆ? ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਹੈ ਜੀ। ਦੇਖੋ, ਜ਼ਿੰਦਗੀ ਵਿੱਚ ਕੁਝ ਕੰਮ ਸਾਨੂੰ ਤਜਰਬੇ ਕਰਕੇ ਮਿਲਦੇ ਹਨ ਜੀ, ਤੇ ਕੁਝ ਤਜਰਬੇ ਕੀਤੇ ਕਰਾਏ ਮਿਲ ਜਾਂਦੇ ਹਨ। ਬਿਲਕੁਲ। ਲੇਕਿਨ ਮੇਰੇ ਨਾਲ ਅਣਹੋਣੀ ਇਹ ਹੋਈ ਕਿ ਮੈਨੂੰ ਉਹ ਤਜਰਬਾ ਕਰਕੇ ਇਸ ਦੁਖਾਂਤ ਵਿੱਚੋਂ ਲੰਘਣਾ ਪਿਆ। ਲਰਨਿੰਗ ਬਾਈ ਡੂਇੰਗ। ਪਰ ਮੈਂ ਆਪਣੇ ਭੈਣ ਭਰਾਵਾਂ ਨੂੰ ਜੀ ਆਪਣੇ ਤਜਰਬੇ ਰਾਹੀਂ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦਾ ਹਾਂ ਕਿ ਬਜਾਏ ਕਿ ਉਹ 20-30 ਸਾਲ ਦਾ ਤਜਰਬਾ ਕਰਕੇ ਆਪਣਾ ਟਾਈਮ ਸਪੈਂਡ ਕਰਕੇ ਇਸ ਚੀਜ਼ ਨੂੰ ਘੋਖਣ, ਜਿਹੜਾ ਕਿ ਮੈਂ ਆਪਣੇ ਤਜਰਬੇ ਦੇ ਥਰੂ ਉਹਨਾਂ ਤੱਕ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਉਣੀ ਚਾਹੁੰਦਾ ਹਾਂ। ਹਰ ਘਰ ਵਿੱਚ ਮਾਂ-ਬਾਪ ਦੀ ਇੱਕ ਖੁਆਇਸ਼ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਹੋਣਹਾਰ, ਪੜ੍ਹਿਆ ਲਿਖਿਆ, ਇੱਕ ਆਗਿਆਕਾਰ ਬੱਚਾ ਬਣੇ। ਬਿਲਕੁਲ। ਮੇਰੇ ਮਾਂ-ਬਾਪ ਦੀਆਂ ਵੀ ਮੇਰੇ 'ਤੇ ਬਹੁਤ ਖੁਆਇਸ਼ਾਂ ਸਨ, ਲੇਕਿਨ ਸਾਡੇ ਘਰ ਦੇ ਫਾਈਨੈਂਸ਼ੀਅਲੀ ਹਾਲਾਤ ਅੱਛੇ ਨਾ ਹੋਣ ਕਰਕੇ ਜੀ ਜਿਹੜੀਆਂ ਮੇਰੀਆਂ ਪਰਸਨਲ ਖੁਆਇਸ਼ਾਂ ਸਨ, ਮੈਂ ਉਹਨਾਂ ਖੁਆਇਸ਼ਾਂ 'ਤੇ ਪੂਰਾ ਨਾ ਨਿੱਤਰ ਸਕਿਆ, ਜਿਸ ਦੀ ਮੇਰੇ ਦਿਲ ਦੇ ਵਿੱਚ ਬਹੁਤ ਵੱਡੀ ਇੱਕ ਸੱਟ ਵੱਜੀ ਸੀ ਕਿ ਮੈਂ ਉਸ ਆਪਣੇ ਅਰਮਾਨਾਂ ਨੂੰ ਸੰਕੋਚ ਕੇ ਇੱਕ ਆਪਣਾ ਜੀਵਨ ਬਤੀਤ ਕੀਤਾ। ਲੇਕਿਨ ਉਸ ਦਿਨ ਤੋਂ ਇਹ ਮੈਂ ਠਾਣ ਲਈ ਆਪਣੇ ਦਿਲ ਵਿੱਚ ਕਿ ਮੇਰੀ ਜਿਹੜੀ ਆਉਣ ਵਾਲੀ ਔਲਾਦ ਹੋਵੇਗੀ, ਮੇਰੀ ਜਿਹੜੀ ਨੈਕਸਟ ਜਨਰੇਸ਼ਨ ਹੋਵੇਗੀ, ਉਹਨਾਂ ਨੂੰ ਫਾਈਨੈਂਸ਼ਲੀ ਕਿਸੇ ਤਰ੍ਹਾਂ ਦੀ ਮੈਂ ਘਾਟ ਮਹਿਸੂਸ ਨਹੀਂ ਹੋਣ ਦੇਵਾਂਗਾ। ਕਹਿਣ ਤੋਂ ਭਾਵ ਤੁਸੀਂ ਉਹਨਾਂ ਨੂੰ ਫੁੱਲੀ ਰਿਸੋਰਸਫੁਲ ਬਣਾਉਣ ਦੇਣਾ ਚਾਹੁੰਦੇ ਸੀ ਔਰ ਉਹਨਾਂ ਨੂੰ ਫਾਈਨੈਂਸ਼ੀਅਲੀ ਫਰੀਡਮ ਆਪਾਂ ਕਹਿ ਲਓ ਵੀ ਦੇਣੀ ਚਾਹੁੰਦੇ। ਬਿਲਕੁਲ, ਤੁਹਾਡੀ ਗੱਲ ਸਹੀ ਹੈ। ਇਹਨਾਂ ਮੁਲਕਾਂ 'ਚ ਆ ਕੇ ਆਪਾਂ ਜਿਵੇਂ ਦੂਸਰੇ ਭੈਣ ਭਾਈ ਆ ਕੇ ਆਪਣੀ ਮਿਹਨਤ ਮਸ਼ੱਕਤ ਕਰਦੇ ਹਨ, ਅਸੀਂ ਵੀ ਉਸੇ ਤਰ੍ਹਾਂ ਹੀ ਜੀ ਇੱਥੇ ਆ ਕੇ ਮਿਹਨਤ ਮਸ਼ੱਕਤ ਕੀਤੀ ਅਤੇ ਜਿੰਨੀ ਵੀ ਵੱਧ ਤੋਂ ਵੱਧ, ਇਹਦੇ 'ਚ ਘੰਟਿਆਂ ਦੀ ਕੋਈ ਗਿਣਤੀ ਨਹੀਂ, ਜਿੰਨੀ ਵੀ ਵੱਧ ਤੋਂ ਵੱਧ ਮਿਹਨਤ ਹੋਈ ਅਸੀਂ ਕੀਤੀ। ਹੁਣ ਉਸ ਦਾ ਵਿੱਚ ਆਪਣੀ ਫਾਈਨੈਂਸ਼ੀਅਲੀ ਸਿਕਿਉਰਿਟੀ ਤਾਂ ਕਾਇਮ ਕਰ ਲਈ। ਬਿਲਕੁਲ। ਲੇਕਿਨ ਜਦੋਂ ਮੈਨੂੰ 20 ਸਾਲ ਜ਼ਿੰਦਗੀ ਦੇ ਗੁਜ਼ਰ ਗਏ ਕੰਮ ਕਰਦਿਆਂ, ਬੱਚੇ ਵੱਡੇ ਹੋ ਗਏ, ਬੱਚੇ ਜਦੋਂ ਉਹਨਾਂ ਨੂੰ ਕੋਈ ਗੱਲਬਾਤ ਕਹਿੰਦੇ ਸੀ ਉਹ ਕਹਿਣਾ ਨਹੀਂ ਸੀ ਮੰਨਦੇ, ਫਿਰ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਲਾਈਫ ਦਾ ਬੈਲੈਂਸ ਤੇ ਫਿਰ ਗੜਬੜ ਹੋ ਗਿਆ, ਕਿਤੇ ਕੋਈ ਘਾਟ ਰਹਿ ਗਈ। ਉੱਥੇ ਜਿੱਥੇ ਮਾਂ-ਬਾਪ ਦੇ ਅਸੀਂ ਆਗਿਆਕਾਰ ਨਹੀਂ ਸੀ, ਉੱਥੇ ਫਾਈਨੈਂਸ਼ੀਅਲ ਪ੍ਰੋਬਲਮ ਸੀ। ਇੱਥੇ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀ ਸੀ ਸੋਲਵ ਹੋ ਗਈ, ਤੇ ਉਹ ਜਿਹੜੀ ਮਾਂ-ਬਾਪ ਦੀ ਅਟੈਚਮੈਂਟ ਸੀ, ਹੋਣੀ ਚਾਹੀਦੀ ਸੀ, ਉਸ ਤੋਂ ਅਸੀਂ ਦੂਰ, ਜਿਹੜੀ ਰਿਲੇਸ਼ਨਸ਼ਿਪ ਸੀ ਉਹ ਵੀਕ ਉਹ ਵੀਕ ਹੋ। ਫਾਈਨੈਂਸ਼ੀਅਲੀ ਫਰੀਡਮ ਹੋ ਗਈ ਹੈ ਤੇ ਪਰ ਜਿਹੜੀ ਫੈਮਿਲੀ ਲਾਈਫ ਉਹ ਆਪਾਂ ਕਹਿ ਲਈਏ ਥੋੜੀ ਬਹੁਤੀ ਡਿਸਟਰਬ ਹੋਣ ਲੱਗ ਪਈ ਸੀ। ਹੁਣ ਇਸ ਤਜਰਬੇ ਚੋਂ ਮੈਂ ਕੀ ਸਿੱਖਿਆ ਹੈ ਕਿ ਜੇਕਰ ਉਹੀ ਟਾਈਮ ਸਟਾਰਟਿੰਗ ਵਿੱਚ ਬੱਚਿਆਂ ਦੇ ਨਾਲ ਇਨਵੈਸਟ ਕੀਤਾ ਜਾਏ, ਪੈਸਾ ਤੇ ਆਪਾਂ ਫਿਰ ਵੀ ਕਮਾ ਸਕਾਂਗੇ। ਯਾਨੀ ਬੈਲੈਂਸ ਲਾਈਫ ਜਿਉਂ ਜਾਵੇ, ਉਹਦੇ ਵਰਗਾ ਕੋਈ ਮਤਲਬ ਹੋਰ ਉਹਦੇ ਵਰਗੀ ਕੋਈ ਵੀ ਤੁਹਾਨੂੰ ਲਾਈਫ ਦੇ ਵਿੱਚ ਟਾਈਮ ਨੂੰ ਅਸੀਂ ਬਾਈ ਆਊਟ ਨਹੀਂ ਕਰ ਸਕਦੇ। ਥੋੜਾ ਜਾਣੀ ਇਹ ਮੰਨਣਾ ਵਾ ਵੀ ਜਿਹੜਾ ਬੱਚਿਆਂ ਨਾਲ ਬਤਾਇਆ ਹੋਇਆ ਸਮਾਂ, ਇਹ ਵੀ ਇੱਕ ਸਮੇਂ ਦੀ ਬੜੀ ਵੱਡੀ ਇਨਵੈਸਟਮੈਂਟ ਹੈ ਲਾਈਫ ਦੀ, ਜਿਹੜੀ ਤੁਸੀਂ ਬੱਚਿਆਂ ਤੇ ਟਾਈਮ ਲਾ ਰਹੇ। ਹੁਣ ਤੁਸੀਂ ਦੇਖੋ ਮੇਰੇ ਨਾਲ ਕਿ ਜਿਹੜੀ ਆਪਾਂ ਬਾਰ-ਬਾਰ ਫਾਈਨੈਂਸ਼ੀਅਲ ਉੱਤੇ ਗੱਲ ਕਰ ਰਹੇ ਹਾਂ, ਅੱਜ ਮੇਰੇ ਕੋਲ ਪੂੰਜੀ ਹੈ ਪਰ ਅੱਜ ਮੇਰੇ ਕੋਲ ਔਲਾਦ ਨਹੀਂ, ਜਦ ਕਿ ਮੇਰੇ ਕੋਲ ਜਿਸ ਮਕਸਦ ਨੂੰ ਲੈ ਕੇ ਮੈਂ ਪੂੰਜੀ ਇਕੱਠੀ ਕੀਤੀ ਸੀ, ਲੇਕਿਨ ਉਹ ਮੇਰੀ ਅਵੇਅਰਨੈਸ ਦੀ ਘਾਟ ਸੀ। ਇਹ ਮੈਸੇਜ ਮੈਂ ਆਪਣੇ ਭੈਣ ਭਰਾਵਾਂ ਤੱਕ, ਆਪਣੇ ਸਰੋਤਿਆਂ ਤੱਕ ਤਾਂ ਪਹੁੰਚਾਉਣਾ ਚਾਹੁੰਦਾ ਹਾਂ ਕਿ ਉਹਨਾਂ ਵਿੱਚੋਂ ਵੀ ਐਸੇ ਬੜੇ ਭੈਣ ਭਾਈ ਹੋਣਗੇ ਕਿ ਜਿਨ੍ਹਾਂ ਦਾ ਫੋਕਸ ਸਿਰਫ ਤੇ ਸਿਰਫ ਮੇਰਿਆਂ ਨੂੰ ਇੱਕ ਪਾਸੇ ਹੀ ਹੈ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਜੇ ਅਮੀਰ ਹੋ ਗਏ ਤੇ ਸਾਰਾ ਪਰਿਵਾਰ ਸੁਖੀ ਹੋਵੇਗਾ, ਲੇਕਿਨ ਪਰਿਵਾਰ ਦਾ ਸੁੱਖ ਤੁਹਾਡੇ ਸਹਿਯੋਗ ਨਾਲ,
ਤੁਹਾਡੀ ਅਟੈਚਮੈਂਟ ਨਾਲ, ਤੁਹਾਡੇ ਅੰਦਰੂਨੀ ਮਨ ਦੇ ਪਿਆਰ ਦੇ ਹਿਰਦੇ ਦੀ ਖਿੱਚਤਾਨ ਦੇ ਨਾਲ ਅਸਲੀ ਪਿਆਰ ਹੈ। ਮਾਇਆ ਨਾਲ ਤੁਸੀਂ ਪਿਆਰ ਨਹੀਂ ਖਰੀਦ ਸਕਦੇ। ਮਾਇਆ ਨਾਲ ਅਕਸਰ ਕਿਹਾ ਜਾਂਦਾ ਕਿ ਤੁਸੀਂ ਸਾਧਨ ਖਰੀਦ ਸਕਦੇ ਹੋ ਪਰ ਆਨੰਦ ਨਹੀਂ। ਆਨੰਦ ਜਿਹੜਾ ਆਉਂਦਾ ਇੱਕ ਅਵਸਥਾ ਦਾ ਨਾਮ ਵੈਸੇ ਵੀ ਮਨ ਦੀ ਦਾ, ਪਰ ਓਵਰਆਲ ਇਹ ਮੰਨਿਆ ਹੀ ਜਾਂਦਾ ਕਿ ਜਦੋਂ ਮਨੁੱਖ ਰਿਸੋਰਸਫੁਲ ਹੋ ਜਾਂਦਾ, ਉਹਦੀਆਂ ਪ੍ਰਾਪਤੀਆਂ ਤੇ ਉਹ ਮਾਣ ਕਰਦਾ, ਪਰ ਮਾਣ ਉਹ ਤਾਂ ਹੀ ਕਰ ਸਕਦਾ ਜੇਕਰ ਸੱਚਮੁੱਚ ਉਹਦੇ ਕੋਲ ਸਾਰਾ ਕੁਝ ਉਹਦੇ ਕਹਿਣੇ ਵਿੱਚ ਹੋਵੇ ਔਰ ਉਹ ਆਪਣੀ ਜਿਸ ਤਰ੍ਹਾਂ ਦੀ ਜ਼ਿੰਦਗੀ ਉਹਨੇ ਚਿੱਤ ਵੀ ਸੀ ਉਸ ਤਰ੍ਹਾਂ ਦੀ ਉਹ ਫੁੱਲਫਿਲ ਕਰ ਰਿਹਾ ਹੋਵੇ, ਉਹਦੇ ਬੱਚੇ ਆਗਿਆਕਾਰੀ ਹੋਣ। ਆਪਾਂ ਇੱਕ ਆਮ ਸਮਾਜਿਕ ਪ੍ਰਾਣੀ ਹੈ ਔਰ ਫੈਮਿਲੀ ਮੈਨ ਵੀ ਹੈ। ਇੱਕ ਸਵਾਲ ਮੇਰਾ ਅੱਜ ਦੇ ਟੌਪਿਕ ਨਾਲ ਸੰਬੰਧਿਤ ਹੈ ਜੀ। ਇੱਕ ਹੁੰਦਾ ਕੰਡੀਸ਼ਨਲ ਲਵ, ਇੱਕ ਹੁੰਦਾ ਅਨਕੰਡੀਸ਼ਨਲ ਲਵ। ਮਾਂ-ਬਾਪ ਬੱਚਿਆਂ ਨੂੰ ਬਿਨਾਂ ਸ਼ਰਤ ਪਿਆਰ ਕਰਦੇ ਨੇ ਜਾਂ ਸ਼ਰਤਾਂ ਅਧੀਨ ਕਰਦੇ ਨੇ? ਕਰਨਾ ਕਿਹੜਾ ਚਾਹੀਦਾ ਜੀ? ਵੇਖੋ ਜੀ, ਹਰ ਮਾਂ-ਬਾਪ ਦੀ ਖੁਆਇਸ਼ ਤੇ ਹੁੰਦੀ ਹੈ ਕਿ ਮੇਰੇ ਬੱਚੇ ਹਨ, ਮੈਂ ਇਹਨਾਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਾਂ ਜੀ, ਵੱਧ ਤੋਂ ਵੱਧ ਇਹਨਾਂ ਨੂੰ ਪਿਆਰ ਦੇਵਾਂ। ਲੇਕਿਨ ਕੁਝ ਸਾਡੀਆਂ ਆਪਣੀਆਂ ਪਰਸਨਲ ਮਜਬੂਰੀਆਂ ਹੋਣ ਦੇ ਨਾਤੇ, ਕੰਮਕਾਜ ਦੇ ਨਾਤੇ, ਕੋਈ ਫਾਈਨੈਂਸ਼ੀਅਲ ਵੀਕਨੈਸ ਦੇ ਨਾਤੇ, ਜਾਂ ਸਾਡੀਆਂ ਇਹਨਾਂ ਮੁਲਕਾਂ ਦੇ ਵਿੱਚ ਸ਼ਿਫਟਾਂ ਦੇ ਨਾਤੇ, ਅਸੀਂ ਉਹ ਟਾਈਮ ਜੋ ਅਸੀਂ ਸੋਚਦੇ ਹਾਂ ਕਿ ਬੱਚਿਆਂ ਨੂੰ ਦਈਏ, ਅਸੀਂ ਉਹ ਨਹੀਂ ਦੇ ਪਾਉਂਦੇ। ਮੰਨ ਲਓ ਆਪਾਂ ਜ਼ਿੰਦਗੀ ਦੇ ਰੰਗਾਂ ਵਿੱਚੋਂ ਕੋਈ ਰੰਗ ਦੀ ਗੱਲ ਕਰੀਏ ਕਿ ਆਪਾਂ ਨੂੰ ਲਾਲ, ਹਰਾ, ਪੀਲਾ ਕੋਈ ਰੰਗ ਪਸੰਦ ਨਹੀਂ, ਲੇਕਿਨ ਜਦੋਂ ਅਸੀਂ ਬਾਹਰ ਸੁਹਾਵਣਾ ਮੌਸਮ ਦੇਖਦੇ ਹਾਂ, ਆਕਾਸ਼ ਵਿੱਚ ਪਈ ਹੋਈ ਜਦੋਂ ਸਤਰੰਗੀ ਪੀਂਘ ਦੇਖਦੇ ਹਾਂ, ਰੇਨਬੋ ਦੇਖਦੇ ਹਾਂ, ਉਸ ਟਾਈਮ ਸਾਡੀ ਇਹ, ਭਾਵੇਂ ਅਸੀਂ ਉੱਥੇ ਪੀਲਾ, ਹਰਾ, ਲਾਲ ਰੰਗ ਪਸੰਦ ਨਹੀਂ ਵੀ ਸੀ ਕਰਦੇ, ਲੇਕਿਨ ਉਹ ਸਤਰੰਗੀ ਪੀਂਘ 'ਚੋਂ ਅਸੀਂ ਕਿਸੇ ਰੰਗ ਨੂੰ ਅਲੱਗ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹੀ ਅਸੀਂ ਅਗਰ ਬੱਚਿਆਂ ਨੂੰ ਮੁਹੱਬਤ, ਪਿਆਰ, ਉਹ ਸਤਰੰਗੀ ਪੀਂਘ ਵਾਂਗੂ ਅਨਕੰਡੀਸ਼ਨਲ ਲਵ ਕਰੀਏ ਤੇ ਜ਼ਿੰਦਗੀ ਦਾ ਕੁਝ ਰੁਹਾਨ, ਕੁਝ ਰੁਝਾਵ, ਕੁਝ ਜ਼ਿੰਦਗੀ ਦੇ ਉੱਤੇ ਨਾਲ ਚੱਲਣ ਦਾ ਕੁਝ ਟੋਟਲੀ ਅਲੱਗ ਨਜ਼ਾਰਾ ਆਵੇਗਾ। ਇਸ ਲਈ ਸਾਡੀ ਇਨਸਾਨੀਅਤ ਫਿਤਰਤ ਇਹ ਹੈ ਕਿ ਬੇਟੇ ਜੇ ਤੂੰ ਆ ਕੰਮ ਕਰੇਗਾ ਦੈਨ ਆਈ ਵਿਲ ਲਵ ਯੂ, ਦੈਨ ਆਈ ਲਾਈਕ ਯੂ, ਇਫ ਯੂ ਡੂਇੰਗ ਦਿਸ ਥਿੰਗ ਦੈਨ ਆਈ ਡੋਨਟ ਲਾਈਕ। ਇਹ ਜਿਹੜਾ ਪਿਆਰ ਹੈ ਇਹ ਅਨਕੰਡੀਸ਼ਨਲ ਪਿਆਰ ਵਿੱਚ ਨਹੀਂ ਆਉਂਦਾ, ਇਹ ਆ ਜਾਂਦਾ ਹੈ ਕੰਡੀਸ਼ਨਲ ਪਿਆਰ, ਜਿਹੜਾ ਸ਼ਰਤਾਂ ਅਧੀਨ ਕੀਤਾ ਗਿਆ ਪਿਆਰ। ਜਿਹੜਾ ਸ਼ਰਤਾਂ ਦੇ ਉੱਤੇ ਕੋਈ ਚੀਜ਼ ਬੁਨਿਆਦ ਤੇ ਖੜੀ ਹੋਈ ਹੈ, ਉਹਦੀ ਕੋਈ ਬਹੁਤੀ ਲੰਬੀ ਜਿਹੜੀ ਹੈ ਉਹਦੀ ਬੁਨਿਆਦ ਨਹੀਂ ਹੁੰਦੀ। ਜਿਸ ਤਰ੍ਹਾਂ ਜੋ ਮੈਨੂੰ ਸਮਝ ਆਇਆ, ਸ਼ਾਇਦ ਮੈਂ ਗਲਤ ਹੋਵਾਂ, ਤੁਸੀਂ ਮੈਨੂੰ ਕਰੈਕਟ ਕਰ ਦੇਣਾ, ਕਿ ਜੇਕਰ ਅਸੀਂ ਬੱਚੇ ਨੂੰ ਕੁਝ ਗੱਲ ਕਹਿੰਦੇ ਆ ਕਿ ਜੇ ਤੂੰ ਮੇਰਾ ਇਹ ਕਹਿਣਾ ਮੰਨੇਗਾ ਤਾਂ ਮੈਂ ਤੈਨੂੰ ਆਹ ਪੈਸੇ ਦਿਆਂਗਾ ਜਾਂ ਤੈਨੂੰ ਮੈਂ ਆਹ ਖਿਡੌਣਾ ਲੈ ਕੇ ਦਿਆਂਗਾ, ਗੇਮ ਲੈ ਕੇ ਦਿਆਂਗਾ। ਪਹਿਲਾਂ ਤਕਰੀਬਨ ਅਸੀਂ ਸਾਰੇ ਬੱਚਿਆਂ ਨਾਲ ਇਸ ਤਰ੍ਹਾਂ ਨਾਲ ਹੀ ਡੀਲ ਕਰਦੇ ਆਏ ਹਾਂ, ਪਰ ਕਿਤੇ ਕਿਤੇ ਅਸੀਂ ਉਹਨਾਂ ਨਾਲ ਕਿਤੇ ਹੁੰਦਾ ਕਿ ਆਪਣੀ ਖੁਸ਼ੀ ਚਾਹੇ ਮੌਜ ਚਾਹੇ ਬੱਚੇ ਦੀ ਹਰ ਮੰਗ ਪੂਰੀ ਕਰਦੇ ਹਾਂ। ਚਲ ਕੋਈ ਨਹੀਂ, ਤੂੰ ਕਰ ਨਾ ਕਰ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਇਹੋ ਜਿਹਾ ਅਕਸਰ ਬਹੁਤ ਘੱਟ ਭਾਗਾਂ ਵਾਲੇ ਮੈਂ ਸਮਝਦਾ ਬੱਚੇ ਨੇ ਤੇ ਭਾਗਾਂ ਵਾਲੇ ਉਹ ਮਾਪੇ ਨੇ ਜਿਹੜੇ ਇਸ ਢੰਗ ਨਾਲ ਬੱਚਿਆਂ ਨੂੰ ਗਿਫਟ, ਜਿਹਨੂੰ ਆਪਾਂ ਕਹਿੰਦੇ ਆ ਟਰੂਲੀ ਗਿਫਟ ਦਿੰਦੇ ਆ। ਮੋਸਟਲੀ ਅਸੀਂ ਡੀਲ 'ਚ ਜ਼ਿਆਦਾ ਗਿਫਟ ਵਗੈਰਾ ਦਿੰਦੇ ਹਾਂ। ਇੱਕ ਮੈਂ ਇਹਦੇ ਨਾਲ ਜੁੜਦਾ ਸਵਾਲ ਹੀ ਤੁਹਾਨੂੰ ਕਰਨਾ ਚਾਹਾਂਗਾ ਕਿ ਬੱਚਿਆਂ ਨੂੰ ਪੂਰਾ ਸਮਾਂ ਕਦੋਂ ਦੇਣਾ ਚਾਹੀਦਾ? ਜਦੋਂ ਉਹ ਬਹੁਤ ਜ਼ਿਆਦਾ ਛੋਟੇ ਨੇ, ਟੀਨੇਜ ਤੋਂ ਪਹਿਲਾਂ, ਜਾਂ ਟੀਨੇਜ ਦੇ ਵਿੱਚ? ਇਹ ਗੱਲ ਮੈਂ ਤੁਹਾਨੂੰ ਆਪਣੇ ਤਜਰਬੇ ਦੇ ਵਿੱਚੋਂ ਇੱਕ ਤਜਰਬਾ ਦੱਸਦਾ ਹਾਂ। ਕੋਈ ਚੀਜ਼ ਵੀ ਹੈ, ਇੱਕ ਦੇਖੋ ਆਪਾਂ ਇੱਕ ਜ਼ਿਮੀਂਦਾਰ ਲੋਕ ਹਾਂ ਜੀ, ਖੇਤੀਬਾੜੀ ਕਰਨ ਵਾਲੇ ਲੋਕ। ਬਿਲਕੁਲ। ਖੇਤਾਂ ਦੇ ਵਿੱਚ ਜਦੋਂ ਅਸੀਂ ਆਪਣੀ ਮਤਲਬ ਬੀਜ ਨੂੰ ਧਰਤੀ 'ਚ ਪਾਉਂਦੇ ਹਾਂ, ਪਹਿਲਾਂ ਧਰਤੀ ਨੂੰ ਪੂਰੇ ਚੰਗੇ ਢੰਗ ਦੇ ਨਾਲ ਸਵਾਰਿਆ ਜਾਂਦਾ ਜੀ। ਜਿਹੜੇ ਜੱਟ ਨੇ, ਜਿਹੜੇ ਜ਼ਿਮੀਂਦਾਰ ਨੇ ਆਪਣੀ ਧਰਤੀ ਨੂੰ ਪੂਰਨ ਰੂਪ ਵਿੱਚ ਟਾਈਮ ਤੇ ਬੱਤਰ ਨੂੰ ਦੱਬ ਕੇ, ਟਾਈਮ ਤੇ ਉਹ ਖਾਦ ਬੂਟਾ ਮਤਲਬ ਉਹਨੂੰ ਖਾਦ ਪਾਣੀ ਦੇ ਕੇ ਉਸ ਦੀ ਪਰਵਰਿਸ਼ ਕੀਤੀ ਹੈ, ਉਹਦੇ ਕੋਲੋਂ ਵੀਰ ਜੀ ਰਾਹੀ ਲੰਘਦਾ ਹੋਇਆ ਵੀ ਇੱਕ ਆਹਟ ਦੀ ਆਵਾਜ਼ ਦਿੰਦਾ ਹੈ ਕਿ ਦੇਖੋ ਜੱਟ ਨੇ ਕਿੰਨੀ ਮਿਹਨਤ ਕੀਤੀ ਹੋਈ ਹੈ, ਜੱਟ ਦੀ ਫਸਲ ਠਾਠਾ ਮਾਰ ਰਹੀ ਹੈ। ਉਸ ਦੇ ਨਾਲ ਹੀ ਇੱਕ ਦੂਸਰਾ ਖੇਤ ਹੁੰਦਾ ਜਿਹੜਾ ਕਿ ਬੰਜਰ ਮਹਿਸੂਸ ਹੁੰਦਾ। ਹੁਣ ਇੱਥੇ ਮੇਰੇ ਇਹ ਗੱਲ ਕਹਿਣ ਦਾ ਭਾਵ ਅਰਥ ਇਹ ਹੈ ਕਿ ਬੱਚੇ ਜਦੋਂ ਛੋਟੇ ਹਨ, ਜੇ ਉਹਨਾਂ ਦੇ ਅਸੀਂ ਨਾਲ ਹੀ ਗਰੋ ਹੋਵਾਂਗੇ, ਅਟੈਚਮੈਂਟ ਜਾਨੀ ਕਿ ਰਿਲੇਸ਼ਨਸ਼ਿਪ ਜਿਹੜੀ ਹੈ, ਰਿਲੇਸ਼ਨਸ਼ਿਪ ਦੀ ਜਿਹੜੀ ਬਣੀ ਰਹੇਗੀ, ਤੇ ਡਾਊਨ ਦਾ ਰੋਡ ਵੀ ਆਰ ਔਨ ਦਾ ਸਕਸੈਸ ਰੋਡ, ਚਾਹੇ ਬੱਚਾ ਛੋਟਾ ਚਾਹੇ ਵੱਡਾ। ਹੁਣ ਜਿਵੇਂ ਮੇਰੇ ਨਾਲ ਹੋਇਆ, ਮੈਂ ਕੀ ਸੋਚਿਆ ਵੀ ਅਜੇ ਤੇ ਆਪਾਂ ਕੰਮ ਕਰ ਲਈਏ, ਜਦੋਂ ਬੱਚੇ ਵੱਡੇ ਹੋ ਜਾਣਗੇ ਫਿਰ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਅਸੀਂ ਇਹਨਾਂ ਨੂੰ ਬਾਈ ਆਊਟ ਕਰ ਲਾਂਗੇ। ਲੇਕਿਨ ਦੇਖਣ ਵਿੱਚ ਇਹ ਮੈਨੂੰ ਜੋ ਮੇਰੇ ਅੱਗੇ ਸਭ ਤੋਂ ਵੱਡੀ ਹਰਡਲ ਆਈ ਹੈ ਉਹ ਇਹੀ ਹੈ ਕਿ ਜਦੋਂ ਬੱਚੇ ਮੇਰੇ 18 20 ਸਾਲ ਦੇ ਵੱਡੇ ਹੋ ਗਏ, ਉਸ ਟਾਈਮ ਉਹਨਾਂ ਨੂੰ ਮੋਲਡ ਕਰਨਾ ਬੜਾ ਔਖਾ। ਤੇ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਨੂੰ, ਦੋਸਤ ਮਿੱਤਰਾਂ ਨੂੰ ਇਹੀ ਸੁਝਾਅ ਦੇਵਾਂਗਾ ਜੋ ਕਿ ਮੇਰੀ ਲਾਈਫ 'ਚ ਗੁਜ਼ਰਿਆ ਹੈ, ਕਿ ਉਹਨਾਂ ਨੂੰ ਸ਼ੁਰੂਆਤ ਤੋਂ ਹੀ ਆਪਣੇ ਨਾਲ ਅਟੈਚ ਰੱਖੋ,
ਆਪਣੇ ਪਿਆਰ ਅਤੇ ਆਪਣੀ ਮੁਹੱਬਤ ਦੇ ਨਾਲ ਰੱਖੋ, ਜਿਸ ਦੇ ਨਾਲ ਜਦੋਂ ਜਿਉਂ-ਜਿਉਂ ਵੱਡੇ ਹੋਣਗੇ ਉਹਨਾਂ ਦਾ ਤੁਹਾਡੇ ਤੇ ਟਰਸਟ, ਤੁਹਾਡੇ ਤੇ ਪਿਆਰ, ਤੁਹਾਡੇ ਨਾਲ ਅਟੈਚਮੈਂਟ ਉਹਨਾਂ ਦੀ ਬਣੀ ਰਹੇ। ਬਹੁਤ ਭਾਵਪੂਰਤ ਔਰ ਮੈਂ ਸਮਝਦਾ ਬੜਾ ਇਮੋਸ਼ਨਲ ਜਿਹਾ ਆਨਸਰ ਤੁਸੀਂ ਦਿੱਤਾ ਕਿ ਰਿਲੇਸ਼ਨਸ਼ਿਪ ਡੇ 1 ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਰਿਲੇਸ਼ਨ ਇਹ ਡਿਵੈਲਪ ਕਰਨਾ ਜਾਂ ਵਨ ਸਾਈਡਡ ਡਿਵੈਲਪ ਕਰਨਾ ਇਹ ਮਾਂ-ਬਾਪ ਤੇ ਨਿਰਭਰ ਕਰਦਾ। ਬੱਚਾ ਹਮੇਸ਼ਾ ਹੀ ਪਿਆਰ ਦਿੰਦਾ ਤੇ ਪਿਆਰ ਹੀ ਮੰਗਦਾ, ਕਿਉਂਕਿ ਉਸ ਸਮੇਂ ਆਪਾਂ ਕਹਿ ਲਓ ਮਾਇਆ ਪ੍ਰਤੀ ਰੁਚਿਤ ਨਹੀਂ ਹੁੰਦਾ, ਉਹਨੂੰ ਮਾਂ ਤੇ ਬਾਪ, ਭੈਣ, ਭਰਾ ਚਾਹੀਦੇ ਆ ਜਿਨ੍ਹਾਂ ਨਾਲ ਉਹ ਖੇਡ ਸਕੇ, ਖੇਡ ਪਿਆਰੀ ਹੁੰਦੀ ਹੈ। ਸੋ ਇੱਕ ਅਗਲੀ ਸਟੇਜ ਆਉਂਦੀ ਹੈ ਜਦੋਂ ਆਪਾਂ ਕਹਿ ਲਈਏ ਸਕਸੈਸਫੁਲ ਮਨੁੱਖ ਜਿਹਨੂੰ ਅਸੀਂ ਗਿਣਦੇ ਹਾਂ ਬੱਚਿਆਂ ਪ੍ਰਤੀ, ਚਾਹੇ ਕੁਝ ਵੀ ਹੋਵੇ, ਕਿੰਨੇ ਵੀ ਪੜ੍ਹੇ ਲਿਖੇ ਕਿਉਂ ਨਾ ਹੋਈਏ, ਕਿੰਨੇ ਵੀ ਵੈਲ ਐਸਟੈਬਲਿਸ਼ ਕਿਉਂ ਨਾ ਹੋਈਏ, ਪਰ ਹਰ ਮਾਂ-ਬਾਪ ਇਹ ਐਕਸਪੈਕਟ ਕਰਦਾ ਕਿ ਉਹਦਾ ਬੱਚਾ ਜਿਹੜਾ ਉਹਦੀ ਬਣਾਈ ਹੋਈ ਪੂੰਜੀ ਨੂੰ ਹੋਰ ਵਧਾਵੇ। ਤੁਸੀਂ ਕੀ ਸਮਝਦੇ ਹੋ, ਆਰਥਿਕ ਪੱਖ ਤੋਂ ਬੱਚਿਆਂ ਨੂੰ ਜਿਹੜੀ ਸੇਵਿੰਗ ਦੀ ਆਦਤ ਆ ਉਹ ਬਚਪਨ ਤੋਂ ਪਾਉਣੀ ਚਾਹੀਦੀ ਹੈ ਜਾਂ ਜਦੋਂ ਟੀਨੇਜ ਆ ਜਾਂਦੇ ਉਦੋਂ ਪਾਉਣੀ ਚਾਹੀਦੀ ਹੈ, ਤੇ ਕਿਵੇਂ ਪਾਉਣੀ ਚਾਹੀਦੀ ਹੈ? ਵੇਖੋ ਜੀ, ਇਹ ਬੜਾ ਅਹਿਮ ਸਵਾਲ ਹੈ ਜ਼ਿੰਦਗੀ ਦੀਆਂ ਖੁਸ਼ੀਆਂ ਮਾਣਨ ਵਾਸਤੇ, ਬਿਲਕੁਲ ਆਪਣੇ ਸਬੰਧਾਂ ਨੂੰ ਕਾਇਮ ਰੱਖਣ ਵਾਸਤੇ। ਜਿੱਥੇ ਭੈਣ ਭਰਾਵਾਂ ਦਾ ਪਿਆਰ, ਮਾਂ-ਬਾਪ ਦਾ ਪਿਆਰ ਵੀ ਜ਼ਰੂਰੀ ਹੈ, ਉਹਨਾਂ ਪਿਆਰ ਮੁਹੱਬਤ ਨੂੰ ਆਪਾਂ ਫਾਈਨੈਂਸ਼ਲੀ ਤੋਂ ਕਦੇ ਵੀ ਮਤਲਬ ਮੂੰਹ ਨਹੀਂ ਫੇਰ ਸਕਦੇ। ਬਿਲਕੁਲ। ਕਈ ਲੋਕ ਕਹਿੰਦੇ ਹਨ ਮਾਇਆ ਕੋਈ ਏਡੀ ਜ਼ਰੂਰੀ ਨਹੀਂ ਹੈ। 99% ਜੇ ਮਾਇਆ ਹੈ ਤੇ ਤੁਹਾਡਾ ਪਰਿਵਾਰ ਵਿੱਚ, ਤੁਹਾਡਾ ਸਮਾਜ ਵਿੱਚ ਐਟਲੀਸਟ ਜਿਹੜੀਆਂ ਤੁਹਾਡੀਆਂ ਡੇਲੀ ਦੀਆਂ ਜ਼ਰੂਰਤਾਂ ਹਨ, ਆਪਾਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਗੱਲਬਾਤ ਕਰ ਰਹੇ ਹਾਂ। ਜੀ ਜੀ। ਆਪਾਂ ਕੋਈ ਵੱਡੇ ਮਤਲਬ ਵੱਡੀਆਂ ਬਹੁਤ ਲਗਜ਼ਰੀ ਲਾਈਫ ਦੀ ਗੱਲ ਨਹੀਂ ਕਰ ਰਹੇ ਜੀ। ਪਰ ਉਹ ਘਰ ਦੀ ਅਟੈਚਮੈਂਟ ਤਾਂ ਹੀ ਤੁਹਾਡੇ ਪਿਆਰ ਦੀ ਮੁਹੱਬਤ, ਇੱਕ ਪਰਿਵਾਰਿਕ ਜੀਵਨ ਦੀ ਸੁੰਦਰਤਾ ਬਣੀ ਰਹੇਗੀ ਜੇਕਰ ਤੁਹਾਡੀ ਫਾਈਨੈਂਸ਼ਲੀ ਸਿਕਿਉਰਿਟੀ ਉੱਥੇ ਮੌਜੂਦ ਹੈ। ਜੇ ਵੇਖੋ ਤੁਸੀਂ ਮੈਂ ਜਿਵੇਂ ਆਪਣੀ ਗੱਲ ਕੀਤੀ ਹੈ ਕਿ ਫਾਈਨੈਂਸ਼ੀਅਲ ਵੱਲ ਤੇ ਮੈਂ ਭੱਜਾ ਰਿਹਾ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ। ਜੇ ਹੋ ਸਕਦਾ ਕਿ ਉਹ ਮੇਰੇ ਕੋਲ ਸ਼ੁਰੂਆਤ ਵਿੱਚ ਹੀ ਜੋ ਚੀਜ਼ ਮੌਜੂਦ ਹੁੰਦੀ ਤੇ ਮੈਂ ਅੱਜ ਆਪਣੇ ਪਰਿਵਾਰ ਤੋਂ ਉਹਨਾਂ ਨੂੰ ਪੂਰਾ ਸਮਾਂ ਦੇ ਸਕਦਾ ਤੇ ਅੱਜ ਜੋ ਮੈਨੂੰ ਦੁੱਖ ਮਹਿਸੂਸ ਹੋ ਰਿਹਾ ਹੈ ਸ਼ਾਇਦ ਮੈਂ ਇਸ ਦੁੱਖ ਤੋਂ ਇੰਨਾ ਮਤਲਬ ਡੀਪਲੀ ਡੈਮੇਜ ਨਾ ਹੋ। ਹਰ ਮਾਂ-ਬਾਪ ਦਾ ਬੱਚਿਆਂ ਪ੍ਰਤੀ ਇੱਕ ਸੁਪਨਾ ਹੁੰਦਾ ਜੀ ਕਿ ਉਹ ਵੱਡੇ ਹੋ ਕੇ ਆਹ ਬਣਨ ਜਾਂ ਉਹ ਬਣਨ। ਜਿਹੜੀ ਗੱਲ ਤੁਸੀਂ ਕਹੀ ਹੈ ਆਰਥਿਕ ਪੱਖ ਤੇ, ਇਹਦੇ ਬਾਰੇ ਗੁਰਬਾਣੀ ਦਾ ਇੱਕ ਫਰਮਾਨ ਮੈਨੂੰ ਯਾਦ ਆ ਰਿਹਾ ਕਿ ਜਿਸ ਦੇ ਭਾਵ ਅਰਥ ਇਹੀ ਨੇ ਕਿ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਭਰਮੰਤਾ, ਦੋਹੂ ਵਿਵਸਥਾ ਤੇ ਜੋ ਨਰਮੁਕਤਾ ਸੋਈ ਸੁਹੀਲਾ ਭਾਲੀਐ। ਕਹਿਣ ਤੋਂ ਭਾਵ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ ਆ ਜਾਂਦੀ ਹੈ ਉਹਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਇਹਨੂੰ ਸੰਭਾਲਣਾ ਕਿਸ ਤਰ੍ਹਾਂ। ਜਾਣੀ ਬਹੁਤ ਜਿਹੜੇ ਅਰਬਾਂ ਖਰਬਾਪਤੀ ਕਹਿ ਲਓ ਵੀ ਉਹਨੂੰ ਇੱਕ ਵੱਡੀ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਮੇਰੇ ਤੋਂ ਬਾਅਦ ਵੀ ਇਹ ਇੰਪਾਇਰ ਇਸ ਤਰ੍ਹਾਂ ਬਣਿਆ ਰਹੇਗਾ ਕਿ ਨਹੀਂ। ਅਕਸਰ ਇਹ ਹੁੰਦਾ ਇਹ ਹੈ ਕਿ ਜਦੋਂ ਵੱਡੀਆਂ ਕੰਪਨੀਆਂ ਦੇ CEO ਵਗੈਰਾ ਜਾਂਦੇ ਨੇ ਤਾਂ ਉਹਨਾਂ ਦੇ ਸ਼ੇਅਰ ਬੜੀ ਛੇਤੀ ਮਾਰਕੀਟ ਡਾਊਨਫਾਲ ਵੱਲ ਆ ਜਾਂਦੇ ਨੇ। ਵੱਡੇ ਵੱਡੇ ਪਰਿਵਾਰ ਆਪਾਂ ਵੇਖਿਆ ਕਿ ਇੱਕ ਬੰਦੇ ਦੇ ਜਾਣ ਤੋਂ ਬਾਅਦ ਹੀ ਖਿੰਡ ਜਾਂਦੇ ਨੇ। ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਅਸੀਂ ਤੇ ਇਸੇ ਢੰਗ ਨਾਲ ਜਿਹਦੇ ਕੋਲ ਬਿਲਕੁਲ ਹੈ ਨਹੀਂ ਉਹ ਭਰਮਾਂ ਦੇ ਵਿੱਚ ਪਿਆ, ਮੈਂ ਕਿਸੇ ਫਲਾਣੇ ਬਾਬੇ ਤੋਂ ਲੈ ਲਵਾਂ ਜਾਂ ਮੈਨੂੰ ਕੋਈ ਫਲਾਣਾ ਕੋਈ ਵਰ ਦੇ ਦੇਵੇ ਜਾਂ ਕੋਈ ਲੋਟਰੀ ਨਿਕਲ ਆਵੇ। ਇਹ ਮਾਇਆ ਗ੍ਰਹਿਣ ਕਰਨ ਦੇ ਜਾਂ ਉਹਨੂੰ ਅਚੀਵ, ਉਹਦੀ ਅਟਰੈਕਸ਼ਨ ਜਿਹੜੀ ਨਾ ਹੋਣ ਕਰਕੇ, ਉਹਦੀ ਮਾਇਆ ਦੀ ਅਣਹੋਂਦ ਕਰਕੇ ਉਹ ਜਿਹੜੀ ਉਹਨੂੰ ਅਟਰੈਕਟ ਕਰਦੀ ਆ, ਕਹਿ ਲਓ ਉਹਨੂੰ ਔਜੜ ਰਾਹ 'ਚ ਪਾਈ ਫਿਰਦੀ ਹੈ ਕਿਉਂਕਿ ਉਹਦੇ ਕੋਲ ਐਜੂਕੇਸ਼ਨ ਹੈ ਨਹੀਂ ਜੀ, ਗਿਆਨ ਹੈ ਨਹੀਂ, ਕੋਈ ਸਕਿੱਲ ਹੈ ਨਹੀਂ ਜਿਹਦੇ ਨਾਲ ਉਹ ਮਨੀ ਬਣਾ ਸਕੇ। ਸੋ ਬਹੁਤੀ ਦੁਨੀਆ ਦੇ ਦੁਖੀ ਹੋਣ ਦਾ ਕਾਰਨ ਆਪਾਂ ਕਹਿ ਲਓ ਅਨਸਕਿਲਡ ਹੋਣਾ। ਸੋ ਤੁਸੀਂ ਕੀ ਸਮਝਦੇ ਹੋ ਕਿ ਬੱਚਿਆਂ ਪ੍ਰਤੀ ਮਾਪਿਆਂ ਦੇ ਸੁਪਨੇ ਜਿਹੜੇ ਆ ਜਿਵੇਂ ਉਹਨਾਂ ਪ੍ਰਤੀ ਬੁਣਦੇ ਆ ਕਿ ਉਹ ਜਾਇਜ਼ ਹਨ ਜਾਂ ਉਹਨਾਂ ਤੇ ਬੋਝ ਨੇ, ਬਰਡਨ ਨੇ? ਦੇਖੋ ਜੀ, ਬੱਚਿਆਂ ਦੇ ਉੱਤੇ ਮਾਂ-ਬਾਪ ਦਾ ਬਰਡਨ ਆਪਾਂ ਮਹਿਸੂਸ ਕਰਨ ਉਦੋਂ ਲੱਗ ਜਾਂਦੇ ਹਾਂ ਜਦੋਂ ਸਾਡੇ ਫੈਮਿਲੀ ਰਿਲੇਸ਼ਨ ਜਿਹੜੇ ਨੇ ਉਹ ਡਾਵਾਂਡੋਲ ਹੁੰਦੇ ਮਹਿਸੂਸ ਹੁੰਦੇ ਹਨ ਜੀ। ਲੇਕਿਨ ਜਿਵੇਂ ਤੁਸੀਂ ਗੱਲ ਸ਼ੁਰੂਆਤ 'ਚ ਕੀਤੀ ਸੀ ਕਿ ਅਗਰ ਮਾਂ-ਬਾਪ ਆਪਣੇ ਪਰਿਵਾਰ ਨੂੰ ਇੱਥੇ ਲਿਆਏ ਹਨ ਫਾਈਨੈਂਸ਼ਲੀ ਤੌਰ ਤੇ ਪਿਆਰ ਮੁਹੱਬਤ ਦੀ ਤੌਰ ਤੇ, ਹੁਣ ਉਹ ਉਸ ਪਰਿਵਾਰ ਨੂੰ ਇੱਥੇ ਦੇਖਣਾ ਚਾਹੁੰਦੇ ਹਨ ਜਿਹੜਾ ਸਮਾਜਿਕ ਸਟੇਟਸ ਹੈ। ਪਰ ਉਹ ਇੱਥੇ ਬੱਚਾ ਉਹੀ ਲੈ ਕੇ ਜਾਵੇਗਾ ਜਿਸ ਬੱਚੇ ਨੂੰ ਤੁਸੀਂ ਬਚਪਨ ਦੇ ਵਿੱਚ ਆਪਣੇ ਨਾਲ ਉਂਗਲੀ ਫੜ ਕੇ ਉਸ ਰਸਤੇ ਤੇ ਚੱਲਣ ਦੀ ਜਾਚ ਦੱਸੀ, ਯੋਗਤਾ ਆ ਗਈ, ਕਾਬਲੀਅਤ ਆ ਗਈ। ਹਾਂ, ਜੇ ਤੁਸੀਂ ਉਸ ਬੱਚੇ ਦੇ ਨਾਲ ਕੋਈ ਆਪਣੀ ਲਾਈਫ, ਆਪਣਾ ਲਾਈਫ ਐਕਸਪੀਰੀਅੰਸ, ਕੋਈ ਅਟੈਚਮੈਂਟ ਤੇ ਸ਼ੇਅਰ ਹੀ ਨਹੀਂ ਕੀਤੀ, ਹੁਣ ਤੁਸੀਂ ਇੱਥੇ ਜ਼ਰੂਰ ਖੜੇ ਹੋ ਲੇਕਿਨ ਤੁਹਾਡੀ ਖੁਆਇਸ਼ ਹੈ ਇੱਥੋਂ ਅੱਗੇ ਜਾਣ ਦੀ, ਲੇਕਿਨ ਜੇ ਬੱਚੇ ਕੋਲ ਅਵੇਅਰਨੈਸ ਹੀ ਨਹੀਂ ਹੈ, ਉਸ ਕੋਲ ਸੋਰਸ ਹੀ ਨਹੀਂ ਹਨ, ਉਸ ਨੂੰ ਤੁਸੀਂ ਐਜੂਕੇਟ ਹੀ ਨਹੀਂ ਕੀਤਾ, ਫਿਰ ਉਹਦੇ ਵਿੱਚ ਇੰਨਾ ਬੱਚੇ ਦਾ ਅਸੀਂ ਕਸੂਰ ਨਹੀਂ ਸਮਝਾਂਗੇ,
ਜਿੰਨਾ ਕਿ ਮਾਂ-ਬਾਪ ਦਾ ਕਰੋ। ਇਹਦੇ ਨਾਲ ਜੁੜਦਾ ਹੀ ਸਵਾਲ ਹੋਰ, ਜਿਸ ਢੰਗ ਨਾਲ ਮਾਂ-ਬਾਪ ਅੱਜ ਕੱਲ੍ਹ ਕੁਝ ਜ਼ਿਆਦਾ ਐਕਸਟਰਾ ਐਫਰਟ ਕਰ ਰਹੇ ਨੇ ਵੀ ਮੈਂ ਬੱਚਿਆਂ ਲਈ ਇੰਨਾ ਕੁ ਕਰ ਜਾਵਾਂ ਜਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਲੈਵਲ 'ਚ ਕੰਮ ਕੀਤਾ। ਤਕਰੀਬਨ ਜਿੰਨੇ ਵੀ ਅਸੀਂ ਡਿਵੈਲਪਿੰਗ ਕੰਟਰੀ 'ਚੋਂ ਆਏ ਲੋਕ ਹਾਂ, ਚਾਹੇ ਉਹ ਸਾਊਥ ਏਸ਼ੀਅਨ ਹੋਣ ਜਾਂ ਕੋਈ ਵੀ ਹੋਰ ਮੁਲਕਾਂ 'ਚੋਂ ਆਏ ਹੋਣ, ਮਿਡਲ ਈਸਟ 'ਚੋਂ ਆਏ ਹੋਣ, ਤਕਰੀਬਨ ਸਭ ਦੀ ਇੱਛਾ ਇਹੀ ਹੁੰਦੀ ਹੈ ਕਿ ਮੈਂ ਇਸ ਲੈਵਲ 'ਤੇ ਧਨ ਕਮਾ ਕੇ ਤਰ ਜਾਵਾਂ ਕਿ ਮੇਰੇ ਬੱਚਿਆਂ ਨੂੰ ਮੇਰੇ ਜਾਣ ਤੋਂ ਬਾਅਦ ਕੋਈ ਤਕਲੀਫ ਨਾ ਹੋਵੇ, ਆਰਥਿਕ ਪੱਖ ਇਹਨਾਂ ਦਾ ਸਿਕਿਉਰ ਹੋ ਜਾਏ। ਤੁਹਾਨੂੰ ਕੀ ਲੱਗਦਾ ਮਾਂ-ਬਾਪ ਬੱਚਿਆਂ ਨੂੰ ਲਈ ਸਹੀ ਕਰ ਰਹੇ ਨੇ ਜਾਂ ਉਹਨਾਂ ਨੂੰ ਹੈਂਡੀਕੈਪ ਬਣਾ ਰਹੇ ਨੇ? ਇਹ ਤੁਸੀਂ ਸਵਾਲ ਵੀਰ ਜੀ ਬਹੁਤ ਹੀ ਜ਼ਿਆਦਾ ਅਹਿਮ ਸਵਾਲ, ਜੇ ਆਪਾਂ ਇਹ ਕਹਿ ਲਈਏ ਕਿ ਅੱਜ ਦੇ ਇਸ ਪ੍ਰੋਗਰਾਮ ਦਾ ਇਹ ਮੇਨ ਧੁਰਾ ਹੋਵੇਗਾ ਤੇ ਇਸ ਵਿੱਚ ਕੋਈ ਅਣਕਥੀ ਗੱਲ ਨਹੀਂ ਹੋਵੇਗੀ ਜੀ। ਹੁਣ ਦੇਖੋ ਤੇ ਅਸੀਂ ਆਪਣੇ ਸਾਰੇ ਪਰਿਵਾਰ ਹੀ ਆਪਣੇ ਪਿਛੋਕੜ ਵੱਲ ਨਜ਼ਰ ਮਾਰ ਕੇ ਦੇਖੋ ਜੀ। 2 ਪੀੜ੍ਹੀਆਂ ਜਾਂ 3 ਪੀੜ੍ਹੀਆਂ, ਤੁਸੀਂ ਦੇਖੋ ਕਿ ਜਿੱਥੇ ਸਾਡੇ ਦਾਦੇ ਪੜਦਾਦੇ ਖੜੇ ਸੀ ਉਹਦੇ ਨਾਲੋਂ ਅਸੀਂ ਅੱਗੇ ਜ਼ਿੰਦਗੀ 'ਚ ਕਿੰਨੀ ਕੁ ਤਰੱਕੀ ਕੀਤੀ। ਜੇ ਤਰੱਕੀ ਨਹੀਂ ਕੀਤੀ ਤੇ ਉਹਦਾ ਕਾਰਨ ਕੀ ਹੈ, ਤੇ ਜੇ ਤਰੱਕੀ ਕੀਤੀ ਹੈ ਤੇ ਆਪਾਂ ਨੂੰ ਉਹਦਾ ਵੀ ਕਾਰਨ ਲੱਭਣਾ ਪਏਗਾ। ਬਿਲਕੁਲ। ਹੁਣ ਜਿਹੜੇ ਲੋਕ ਆਪਣੀ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਵੀਰ ਜੀ? ਅਨਅਵੇਅਰਨੈਸ। ਹੁਣ ਜਿਵੇਂ ਮੈਂ ਇੱਥੇ ਆਇਆ, ਮੈਂ ਆ ਕੇ ਸੋਚਿਆ ਕਿ ਮੈਂ ਆਪਣੀ ਛੋਟੀ ਜਿਹੀ ਬੁੱਧੀ ਨਾਲ ਹੀ ਤਰੱਕੀ ਕਰ ਲਵਾਂਗਾ, ਲੇਕਿਨ ਜਿਹੜੀ ਅੱਜ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲਬਾਤ ਸਾਂਝ ਪਾ ਰਿਹਾ ਹਾਂ, ਮੈਂ ਉਹਨਾਂ ਨੂੰ ਇਹੀ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹ ਆਪਣੇ ਆਪ ਅਵੇਅਰਨੈਸ ਪੈਦਾ ਕਰਨ, ਉਹ ਆਪਣੇ ਆਪ ਨੂੰ ਐਜੂਕੇਟ ਕਰਨ। ਹੁਣ ਦੇਖੋ ਇਹ ਐਡਾ ਵੱਡਾ ਡਿਵੈਲਪ ਮੁਲਕ ਹੈ, ਲੇਕਿਨ ਮੇਰੇ ਵਰਗੇ ਆ ਕੇ ਇੱਥੇ ਵੀ ਉੱਥੇ ਹੀ ਅਟਕੇ ਬੈਠੇ ਹਨ ਜਿੱਥੋਂ ਤੁਰੇ ਸੀ। ਜਿਵੇਂ ਕਿ ਸਾਡੇ ਬਜ਼ੁਰਗ, ਉਹਨਾਂ ਦੇ ਅੱਗੋਂ ਬਜ਼ੁਰਗ, ਜੇ ਉਹਨਾਂ ਕੋਲ 10 ਪੈਲੀਆਂ ਸੀ ਤਾਂ ਪੁੱਤਰ ਕੋਲ ਵੀ ਅੱਗੋਂ 10 ਦੀਆਂ 11 ਨਹੀਂ ਹੋ ਸਕੀਆਂ, ਉਹ 10 ਦੀਆਂ ਕਈਆਂ ਦੀਆਂ 8 ਹੀ ਰਹਿ ਗਈਆਂ ਨੇ, ਅੱਗੋਂ ਆਉਣ ਵਾਲੀ ਜਨਰੇਸ਼ਨ ਦੀਆਂ 8 ਤੋਂ 7 ਰਹਿ ਗਈਆਂ ਨੇ। ਉਹਨਾਂ ਦਾ ਕਾਰਨ ਇਹੀ ਸੀ ਕਿ ਉਹਨਾਂ ਦੇ ਵਿੱਚ ਇੰਨੀ ਅਵੇਅਰਨੈਸ ਨਹੀਂ ਸੀ। ਅਵੇਅਰਨੈਸ ਇਜ਼ ਦਾ ਕੀ ਫॉर ਸਕਸੈਸ। ਹੁਣ ਇਹਨਾਂ ਮੁਲਕਾਂ ਵਿੱਚ ਵੀ ਆ ਕੇ ਸਾਡੀਆਂ ਜ਼ਰੂਰਤਾਂ ਇੱਕਦਮ ਸਾਡੇ ਉੱਤੇ ਇੰਨੀਆਂ ਹੈਵੀ ਹੋ ਜਾਂਦੀਆਂ ਨੇ, ਕਾਰਾਂ ਦੀਆਂ ਇੰਸ਼ੋਰੈਂਸ, ਘਰ ਦਾ ਰੈਂਟ, ਮੋਰਗੇਜਾਂ, ਬੱਚਿਆਂ ਦੇ ਖਰਚੇ, ਅਸੀਂ ਕੰਮ ਦੌੜ ਜਿਹੜੀ ਪੈ ਜਾਂਦੀ, ਕੰਮ ਦੌੜ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਦੇ ਹਾਂ ਕਿ ਅਸੀਂ ਹੋਰ ਗਿਆਨ ਲੈਣਾ ਕਿਧਰੋਂ ਚਾਹੁੰਦੇ ਹੀ ਨਹੀਂ, ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ। ਉਹਦੇ ਵਿੱਚ ਸਾਡੀ ਬਜਾਏ ਕਿ ਅਸੀਂ ਅੱਗੇ ਜਾਣ ਦੀ, ਅਸੀਂ ਪਿੱਛੇ ਰਹਿ ਜਾਂਦੇ। ਜਿਹੜੇ ਲੋਕਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇੱਥੋਂ ਦੇ ਰਿਸੋਰਸਿਸ ਨੂੰ, ਇੱਥੋਂ ਦੀ ਐਜੂਕੇਸ਼ਨ ਨੂੰ ਗ੍ਰਹਿਣ ਕੀਤਾ ਹੈ, ਉਹ ਸਾਡੇ ਨਾਲੋਂ 10, 20, 30 ਮੰਜ਼ਿਲਾਂ ਅੱਗੇ ਪਹੁੰਚ ਚੁੱਕੇ ਨੇ। ਇਸ ਕਰਕੇ ਐਜੂਕੇਸ਼ਨ ਲਾਈਫ ਦੇ ਵਿੱਚ ਹੋਣੀ, ਚਾਹੇ ਉਹ ਕਿਸੇ ਕਿਤੇ ਦੀ ਵੀ ਹੈ, ਉਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ। ਤੁਸੀਂ ਕੀ ਸਮਝਦੇ ਹੋ ਜਿਹੜਾ ਡਿਵੈਲਪਿੰਗ ਕੰਟਰੀਆਂ ਦੇ ਵਿੱਚੋਂ ਆਏ ਲੋਕ ਅਸੀਂ, ਸੌਰੀ ਟੂ ਸੇ, ਮੇਰੇ ਦਰਸ਼ਕ ਇਸ ਗੱਲ ਦਾ ਗੁੱਸਾ ਨਾ ਕਰਨ, ਮੈਂ ਪਹਿਲੇ ਮਾਫੀ ਮੰਗ ਲੈਂਦਾ ਕਿ ਬਹੁਤੀਆਂ ਸਮੱਸਿਆਵਾਂ ਸਾਡੀਆਂ ਸਮੂਹਕ ਨੇ, ਸਾਂਝੀਆਂ ਨੇ, ਜਾਤੀ ਨਹੀਂ, ਜਮਾਤੀ ਨਹੀਂ। ਉਹਦਾ ਕਾਰਨ ਜਿਸ ਭੂਗੋਲਿਕ ਖਿੱਤੇ ਨੂੰ ਅਸੀਂ ਬਿਲੋਂਗ ਕਰਦੇ ਹਾਂ ਉੱਥੇ ਬਹੁਤ ਸਾਰੇ ਕਾਲ ਪਏ ਨੇ। ਮੈਂ ਇੱਕ ਗੱਲ ਆਪਣੇ ਦਰਸ਼ਕਾਂ ਤੋਂ ਖਿਮਾ ਮੰਗ ਕੇ ਕਹਿਣੀ ਚਾਹਾਂਗਾ, ਜੋ ਮੈਨੂੰ ਵੀ ਆ ਥੋੜ੍ਹਾ ਤਾਂ ਤੁਹਾਡੇ ਵਰਗੇ ਵਿਦਵਾਨ ਲੋਕਾਂ 'ਚ ਵਿਚਰ ਕੇ ਤੁੱਛ ਬੁੱਧੀ ਕੁਝ ਸਮਝ ਆਈ ਹੈ ਕਿ ਸਾਡੇ ਭਾਰਤੀ ਲੋਕਾਂ 'ਚ ਗਰੀਡ ਜਿਹੜੀ ਪੈਸੇ ਦੀ, ਉਹ ਬਾਕੀ ਕੌਮਾਂ ਨਾਲੋਂ ਕਈ ਗੁਣਾ ਵੱਧ ਹੈ। ਤਾਂ ਮਨੁੱਖੀ ਸੁਭਾਅ, ਵੈਸੇ ਮਨੁੱਖ ਦੀ ਬਣਾਈ ਚੀਜ਼ ਆ, ਪਰ ਇਹਦਾ ਕਾਰਨ ਰੀਜ਼ਨ ਲੱਭਿਆ ਜੀ, ਉਹ ਇਹੀ ਸੀ ਕਿ ਭਾਰਤ ਦੀ ਆਬਾਦੀ ਹਮੇਸ਼ਾ ਹੀ ਪੌਣ ਪਾਣੀ ਸਹੀ ਹੋਣ ਕਰਕੇ ਆਮ ਮੁਲਕਾਂ ਨਾਲੋਂ ਵੱਧ ਰਹੀ ਹੈ, ਵੱਧਦੀ ਫੁੱਲਦੀ ਵੀ ਰਹੀ ਹੈ। ਪਰ ਨਾਲ ਦੀ ਨਾਲ ਉੱਥੇ ਕਾਲ ਜਿਹੜੇ ਜਿਸ ਤਰ੍ਹਾਂ ਬਹੁਤ ਵੱਡੀਆਂ ਮਹਾਂਮਾਰੀਆਂ ਪਈਆਂ ਨੇ, ਅਤੇ ਜਦੋਂ ਕੁਦਰਤ ਦੇ ਕਹਿਰ ਵਾਪਰ ਜਾਂਦੇ ਸਨ, ਉਹ ਕਾਲ ਪੈਣ ਕਰਕੇ ਬਹੁਤ ਵੱਡੀ ਪਾਪੂਲੇਸ਼ਨ ਭੁੱਖ ਨਾਲ ਮਰ ਜਾਇਆ ਕਰਦੀ ਸੀ। ਭੁੱਖ ਮਰੀਆਂ ਪਈਆਂ ਨੇ ਪਹਿਲਿਆਂ ਵੇਲਿਆਂ 'ਚ, ਜਿਹਨੂੰ ਆਪਾਂ ਕਾਲ ਪੈਣਾ ਕਹਿੰਦੇ ਸੀ। ਪਲੇਗ ਵੀ ਪਈਆਂ ਨੇ, ਅਨੇਕਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਈਆਂ, ਅਤੇ ਜਿਹਦੇ ਵਿੱਚ ਵੱਡੀ ਆਬਾਦੀ ਦਾ ਇੱਕ ਵੱਡਾ ਹਿੱਸਾ ਇੱਕ ਸਮੂਹਕ ਮੌਤ ਦੇ ਸਾਏ ਹੇਠ ਚਲਿਆ ਜਾਂਦਾ ਸੀ। ਇਹੀ ਕਾਰਨ ਸੀ ਕਿ ਜਿਹੜਾ ਥੋੜ੍ਹਾ ਜਿਹਾ ਵੱਡੇ ਢਿੱਡ ਵਾਲਾ ਮਨੁੱਖ, ਕਿਉਂਕਿ ਜਦੋਂ ਆਪਾਂ ਵੇਖਦੇ ਹਾਂ ਜਿੱਥੇ ਭੁੱਖ ਮਰੀ ਹੋਵੇ ਉੱਥੇ ਕਿਸੇ ਦਾ ਵੀ ਢਿੱਡ ਬਾਹਰ ਨਹੀਂ ਆਇਆ ਹੁੰਦਾ, ਅੰਦਰ ਬੜੇ ਹੁੰਦੇ ਨੇ। ਅੱਜ ਕੱਲ੍ਹ ਆਪਾਂ ਇਥੋਪੀਆ ਵਗੈਰਾ ਨੂੰ ਵੇਖ ਸਕਦੇ ਹਾਂ, ਕੰਗਲੇ ਬਣੇ ਪਏ ਨੇ। ਪਰ ਜਦੋਂ ਮਾੜੇ ਜਿਹੇ ਵੀ ਬਾਹਰ ਢਿੱਡ ਵਾਲਾ ਮਨੁੱਖ ਕੋਈ ਦਿੰਦਾ ਸੀ ਸਾਨੂੰ, ਤਾਂ ਅਸੀਂ ਉਹਨੂੰ ਸੇਠ ਕਹਿੰਦੇ ਸੀ, ਜਾਂ ਖਾਂਦੇ ਪੀਂਦੇ ਘਰ ਦਾ ਨਿਸ਼ਾਨੀ। ਅੱਜ ਤੱਕ ਅਸੀਂ ਮੋਟੇ ਬੰਦੇ ਨੂੰ ਇਸੇ ਢੰਗ ਨਾਲ ਸੰਬੋਧਿਤ ਕਰਦੇ ਹਾਂ। ਪਰ ਤੁਹਾਨੂੰ ਕੀ ਲੱਗਦਾ ਉਹਨਾਂ ਮੁਲਕਾਂ ਵਿੱਚੋਂ ਆ ਕੇ ਇਹਨਾਂ ਰਿਸੋਰਸਫੁਲ ਕੰਟਰੀ ਦੇ ਵਿੱਚ ਜਿਹੜੇ ਪੂਰੇ ਫੁੱਲੀ ਡਿਵੈਲਪ ਨੇ, ਕੀ ਸਾਡੀ ਸੰਪੂਰਨ ਤਰੱਕੀ ਹੋ ਚੁੱਕੀ ਹੈ ਜਾਂ ਨਹੀਂ? ਇਹ ਤੁਸੀਂ ਸਵਾਲ ਬੜਾ ਮਤਲਬ ਇੱਕ ਸਕਿੱਲ ਵਾਲਾ ਸਵਾਲ ਪੁੱਛਿਆ ਹੈ। ਸਾਡੀ ਵੀਰ ਜੀ, ਚਾਹੇ ਅਸੀਂ ਕਿੱਥੇ ਮਰਜ਼ੀ ਚਲੇ ਗਏ, ਸਾਡੀ ਮੈਂਟੈਲਿਟੀ ਸਾਡੇ ਨਾਲ ਹੈ, ਸਾਡੀਆਂ ਪ੍ਰੋਬਲਮ ਸਾਡੇ ਨਾਲ ਹਨ, ਸਾਡੇ 'ਚ ਈਗੋ ਸਭ ਤੋਂ ਜ਼ਿਆਦਾ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਆਪਣੇ ਆਪ ਨੂੰ ਅਸੀਂ ਗਰੋ ਹੋਣ ਵਾਲੇ ਪਾਸੇ ਲੈ ਕੇ ਨਹੀਂ ਜਾਂਦੇ।
ਗਰੋ ਅਸੀਂ ਤਾਂ ਹੀ ਹੋਵਾਂਗੇ ਜੇ ਅਸੀਂ ਆਪਣੇ ਆਪ ਨੂੰ ਐਜੂਕੇਟ ਕਰਾਂਗੇ। ਐਜੂਕੇਟ ਅਸੀਂ ਤਾਂ ਹੀ ਕਰਾਂਗੇ ਜੇ ਸਾਡਾ ਸਰਾਊਂਡਿੰਗ ਐਟਮੋਸਫੀਅਰ ਇਦਾਂ ਦਾ ਹੋਵੇ, ਸਾਡਾ ਵਾਤਾਵਰਣ ਇਦਾਂ ਦਾ ਹੋਵੇ, ਸਾਡੀ ਬਹਿਣੀ ਉੱਠਣੀ ਐਸੇ ਦੋਸਤ ਮਿੱਤਰਾਂ ਨਾਲ ਹੋਵੇ ਜਿਹੜੇ ਕਿ ਇਸ ਬਿਜ਼ਨਸ ਵੱਲ ਆਪਣਾ ਜੀਵਨ ਡਾਇਰੈਕਸ਼ਨ ਵੱਲ ਉਸ ਵੱਲ ਲੈ ਜਾ ਰਹੇ ਆ। ਸਾਡੀ ਬਹਿਣੀ ਉੱਠਣੀ ਤੇ ਉਹਨਾਂ ਨਾਲ ਹੀ ਹੈ ਜਿਹੜੇ ਉਹਨਾਂ ਮੁਲਕਾਂ 'ਚੋਂ ਆਏ ਹਨ। ਇਸ ਮੁਲਕ ਦੇ ਵਿੱਚ ਆ ਕੇ ਤੁਸੀਂ ਜ਼ੀਰੋ ਤੋਂ ਹੀਰੋ ਬਣਨ ਲੱਗਿਆ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਜੀ, ਪਰ ਉਹਦੇ ਵਿੱਚ ਐਫਰਟਸ ਤੁਸੀਂ ਖੁਦ ਕਰਨੇ ਹੋਣਗੇ। ਜਦੋਂ ਅਸੀਂ ਕਿਸੇ ਕੰਮ ਵੱਲ ਕੋਈ ਕਦਮ ਅੱਗੇ ਵਧਾਉਂਦੇ ਹਾਂ ਤੇ ਜਿਹੜੇ ਸਾਡੇ ਦੋਸਤ ਮਿੱਤਰ ਹੁੰਦੇ ਹਨ, ਬਜਾਏ ਕਿ ਸਾਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਉਹ ਸਾਨੂੰ ਪਿੱਛੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦੇ ਵਿੱਚ ਖੁਦ ਹੀ ਇੰਨੀ ਅਵੇਅਰਨੈਸ ਨਹੀਂ ਹੁੰਦੀ ਕਿ ਇਸ ਮੰਜ਼ਿਲ ਤੇ ਕਿੱਦਾਂ ਪਹੁੰਚਿਆ ਜਾ ਸਕਦਾ। ਕਹਿਣ ਤੋਂ ਭਾਵ ਦੋ ਰਾਹੀ ਜਿਹੜੇ ਭੁੱਲੇ ਹੋਏ ਰਾਹ ਨੇ, ਉਹ ਜਿਵੇਂ ਕਹ ਲਓ ਵੀ ਦੋ ਗਲਤ ਮਿਲਾ ਕੇ ਇੱਕ ਠੀਕ ਨਹੀਂ ਬਣ ਜਾਂਦਾ। ਜੇ ਦੋਨੇ ਭੁੱਲੇ ਹੋਏ ਨੇ ਤਾਂ ਉਹ ਕੁਥਾਵੇਂ ਜਾਣਗੇ, ਕੋਈ ਤੁੱਕਾ ਲੱਗ ਜੇ ਤਾਂ ਵੱਖਰੀ ਗੱਲ ਆ, ਨਹੀਂ ਬਹੁਤੀ ਸਕਸੈਸ ਹੋਣ ਦੀ ਪੋਜ਼ਿਟਿਵ ਆਨਸਰ ਉਹਦਾ ਨਹੀਂ ਲੱਗਦਾ। ਉਹ ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਕਿ ਜੇ ਹੁਣ ਕਿਸੇ ਨੇ ਪੁੱਛਿਆ ਸੀ, ਭੁੱਖੇ ਨੂੰ ਪੁੱਛਿਆ ਸੀ ਇੱਕ ਤੇ ਇੱਕ, ਉਹਨੇ ਕਿਹਾ 2 ਰੋਟੀਆਂ, ਉਹਦਾ ਰੋਟੀਆਂ ਵਿੱਚ ਕਿੱਥੋਂ ਆ ਗਈਆਂ? ਉਹ ਕਹਿਣ ਲੱਗਾ ਮੈਨੂੰ ਭੁੱਖ ਲੱਗੀ ਹੋਈ ਹੈ ਜੀ। ਉਹ ਗੱਲ ਇੱਥੇ ਹੋ ਰਹੀ ਹੈ। ਅਸੀਂ ਆਏ ਇੱਕੋ ਮੁਲਕ ਵਿੱਚੋਂ ਹੀ ਹਾਂ, ਜਿੰਨਾ ਕੁ ਗਿਆਨ ਉਹਨਾਂ ਕੋਲ ਸੀ ਉਹਨਾਂ ਕੀ ਮੇਰੇ ਕੋਲ ਨਾ ਉਹਨੇ ਪ੍ਰਫੁੱਲਤ ਕੀਤਾ ਨਾ ਮੈਂ ਕੀਤਾ। ਅਸੀਂ ਉਹ ਉਹਨੇ ਕੀ ਗਿਆਨ ਨੂੰ ਲੈ ਕੇ ਸੋਚਦੇ ਹਾਂ ਕਿ ਵੀ ਨੋ ਐਵਰੀਥਿੰਗ, ਬਟ ਇਨ ਰੀਅਲ ਲਾਈਫ ਇਫ ਗਿਆਨ ਦੇ ਨਾਲ ਹੀ ਤੁਹਾਡੀ ਜੀਵਨ ਦੀ ਵ੍ਰਿੱਧੀ ਹੋ ਸਕਦੀ। ਤੁਹਾਡੀ ਇਸ ਜਿਹੜੀ ਸਮੇਂ ਦੀ ਆਪਾਂ ਕਹ ਲਈਏ ਮੰਗ ਆ, ਜੋ ਗਿਆਨ ਦੀ ਸਮੇਂ ਦੀ ਕਹ ਲਓ ਇੱਕ ਚਾਲ ਅਨੁਸਾਰ ਸਾਨੂੰ ਚਾਹੀਦਾ ਹੁੰਦਾ। ਜਿਵੇਂ ਉਦਾਹਰਨ ਦੇ ਤੌਰ ਤੇ 20 ਸਾਲ ਪਹਿਲਾਂ ਕੋਈ ਕੰਪਿਊਟਰ ਨੂੰ ਨਹੀਂ ਸੀ ਜਾਣਦਾ, 25 ਸਾਲ ਪਹਿਲਾਂ, 10-15 ਸਾਲ ਪਹਿਲਾਂ ਸੈੱਲਫੋਨ ਦੀ ਐਡੀ ਕੋਈ ਕਹ ਲਓ ਲੋੜ ਨਹੀਂ ਸੀ ਮਹਿਸੂਸ ਹੁੰਦੀ। ਅੱਜ ਉਹਦੇ ਬਿਨਾਂ ਬਿਲਕੁਲ ਹੀ ਨਹੀਂ ਸਰਦਾ। ਸੋ ਸਮੇਂ ਦੇ ਨਾਲ ਨਾਲ ਸਾਨੂੰ ਉਹ ਚੀਜ਼ਾਂ ਚਲਾਉਣੀਆਂ ਆਈਆਂ ਨੇ, ਜਾਂ ਕਹ ਲਓ ਸਾਡੀਆਂ ਲੋੜਾਂ ਥੋੜਾਂ ਵਿੱਚੋਂ ਸਾਨੂੰ ਸਾਡੇ ਲਈ ਉਹ ਮਸਟ ਹੋ ਗਈਆਂ। ਤੁਸੀਂ ਕੀ ਸਮਝਦੇ ਹੋ? ਇੱਕ ਆਮ ਜਿਹੜੇ ਸਾਡੇ ਕਹ ਲਓ ਫਾਈਨੈਂਸ਼ੀਅਲ ਐਡਵਾਈਜ਼ਰ ਵੀਰ ਨੇ ਜਾਂ ਇਨਵੈਸਟਰਸ ਨੇ ਜਾਂ ਅਮੀਰ ਲੋਕਾਂ ਦੇ ਜਿਹੜੇ ਅਨੁਮਾਨ ਲਾਏ ਜਾ ਰਹੇ ਨੇ ਕਿ 2035 ਤੱਕ ਅਮੀਰੀ ਜਿਹੜੀ ਆ ਹੁਣ ਕੁਛ ਕੁ ਘਰਾਣਿਆਂ ਕੋਲੇ ਆ, ਇਹ ਆਮ ਲੋਕਾਂ ਤੱਕ ਪਹੁੰਚ ਜਾਏਗੀ। ਕੀ ਇਹ ਗੱਲ ਸਹੀ ਹੈ? ਵੇਖੋ ਜੀ, ਹਰ ਗੱਲ ਦੇ ਵਿੱਚ ਕੋਈ ਨਾ ਕੋਈ ਤੱਥ ਜ਼ਰੂਰ ਹੁੰਦਾ ਹੈ। ਜੇ ਤੁਸੀਂ ਇੰਟਰਨੈਟ ਦੀ ਰਿਸਰਚ ਜਾ ਕੇ ਦੇਖੋ, ਤੁਹਾਨੂੰ ਉੱਥੋਂ ਮਹਿਸੂਸ ਹੋਏਗਾ, ਤੁਹਾਨੂੰ ਮਤਲਬ ਉੱਥੋਂ ਇਸ ਚੀਜ਼ ਦਾ ਗਿਆਨ ਮਿਲੇਗਾ। ਉਹਦਾ ਰੀਜ਼ਨ ਤੇ ਬੇਸ ਉਹਨਾਂ ਨੇ ਇਹ ਦੱਸਿਆ ਹੈ। ਵੇਖੋ, ਹਰ ਘਰ ਦੇ ਵਿੱਚ ਅੱਜ ਦੀ ਮਾਡਰਨ ਐਜੂਕੇਸ਼ਨ ਦੇ ਨਾਤੇ ਹਰ ਘਰ ਦੇ ਵਿੱਚ ਬੱਚੇ ਪੜ੍ਹੇ ਲਿਖੇ ਹਨ, ਬੱਚਿਆਂ ਕੋਲ ਗਿਆਨ ਹੈ, ਬੱਚਿਆਂ ਕੋਲ ਕੰਪਿਊਟਰ ਸਕਿੱਲ ਹੈ। ਉਹ ਜਿਹੜਾ ਸਕਿੱਲ ਨੂੰ ਜਦੋਂ ਡਾਊਨ ਦਾ ਰੋਡ ਉਹ ਜਦੋਂ ਯੂਜ਼ ਕਰਨਗੇ ਜੀ, ਉਹਨਾਂ ਦੇ ਵਿੱਚ ਇੰਡੀਪੈਂਡੈਂਸੀ ਆਏਗੀ। ਦੇ ਵਿਲ ਫੀਲ ਲਾਈਕ ਮੋਰ ਫਾਈਨੈਂਸ਼ਲੀ ਸਿਕਿਉਰਡ। ਹੁਣ ਦੇਖੋ, ਇੱਕ ਆਪਾਂ ਐਗਜ਼ਾਮਪਲ ਲੈਂਦੇ ਹਾਂ ਦੀਵਾਲੀ ਦੀ। ਦੀਵਾਲੀ ਵਾਲੀ ਰਾਤ ਨੂੰ ਹਰ ਘਰ ਦੇ ਵਿੱਚ ਦੀਪਕ ਜਗਦੇ ਹਨ ਜੀ। ਉਹ ਦੀਪਕਾਂ ਦੇ ਨਾਲ ਜਗਣ ਦੇ ਨਾਲ, ਜਾਂ ਇਹਨਾਂ ਮੁਲਕਾਂ ਦੇ ਵਿੱਚ ਕ੍ਰਿਸਮਸ ਦੇ ਦੌਰਾਨ ਹਰ ਘਰ ਦੇ ਵਿੱਚ ਲਾਈਟਿੰਗ ਸਿਸਟਮ ਹੁੰਦਾ ਹੈ। ਜਦੋਂ ਤੁਸੀਂ ਜਹਾਜ਼ ਦੇ ਰਾਹੀਂ ਲੈਂਡ ਕਰਦੇ ਹੋ ਰਾਤ ਨੂੰ, ਤੇ ਤੁਹਾਨੂੰ ਇੱਕ ਬੜਾ ਸੁਹਾਵਣਾ ਸੁੰਦਰ ਦ੍ਰਿਸ਼ ਨਜ਼ਰ ਆਉਂਦਾ ਹੈ। ਬਿਲਕੁਲ। ਉਹ ਸੁੰਦਰ ਦ੍ਰਿਸ਼ ਵਿੱਚ ਹਰ ਘਰ ਦਾ, ਹਰ ਗਲੀ ਮੁਹੱਲੇ ਦਾ ਸਹਿਯੋਗ ਹੁੰਦਾ ਹੈ। ਹਰ ਲਾਈਟ ਦਾ ਆਪਾਂ ਹਰ ਲਾਈਟ ਦਾ ਮਤਲਬ ਹਰ ਘਰ ਦੇ ਵਿੱਚ ਜਗਮਗ ਦੇ ਸਹਿਯੋਗ ਦੇ ਨਾਲ ਹੀ ਉਹ ਸਭ ਕੁਝ ਹੋ ਰਿਹਾ ਹੈ। ਉਸੇ ਤਰ੍ਹਾਂ ਹੀ ਉਹ ਕਹਿੰਦੇ ਹਨ ਕਿ ਜਦੋਂ ਬੱਚੇ, ਭਾਵੇਂ ਉਹ ਕਿਸੇ ਮੁਲਕ ਦੇ ਵੀ ਹਨ, ਇਹ ਜ਼ਰੂਰੀ ਨਹੀਂ ਕਿ ਕੈਨੇਡਾ ਅਮਰੀਕਾ ਦੇ ਵਿੱਚ, ਉਹ ਇੰਡੀਆ ਚਾਈਨਾ ਇਜ਼ ਐਵਰੀਵੇਅਰ। ਜੇ ਤੁਸੀਂ ਅੱਜ ਤੋਂ ਚਾਈਨਾ ਦੀ ਹਾਲਾਤ 30 ਸਾਲ ਪਹਿਲੇ ਦੇਖੋ ਤੇ ਅੱਜ ਉਹ ਕਿੱਥੇ ਖੜਾ ਹੈ, ਆਉਣ ਵਾਲੇ ਭਵਿੱਖ 'ਚ ਕਹਿ ਰਹੇ ਹਨ ਕਿ USA ਨੂੰ ਵੀ ਇਹ ਮਾਤ ਕਰ ਜਾਏਗਾ ਜੀ। ਉਹਦਾ ਰੀਜ਼ਨ ਕੀ ਹੈ? ਅਵੇਅਰਨੈਸ। ਉਹਦਾ ਰੀਜ਼ਨ ਕੀ ਹੈ? ਲੋਕਾਂ ਵਿੱਚ ਐਜੂਕੇਸ਼ਨ ਹੈ, ਖਾਸ ਕਰ ਇਨਫੋਰਮੇਸ਼ਨ ਟੈਕਨੋਲੋਜੀ ਦੀ। ਹੁਣ ਉਹ ਜਿਹੜੀ ਤੁਸੀਂ ਗੱਲ ਕਹੀ ਹੈ, ਇੱਕ ਬੜੀ ਮਤਲਬ ਆਉਣ ਵਾਲੇ ਫਿਊਚਰ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈ। ਜਦੋਂ ਸਾਡੇ ਬੱਚੇ ਪੜ੍ਹ ਲਿਖ ਜਾਣਗੇ, ਸਾਡੇ ਬੱਚੇ ਵੈਲ ਐਜੂਕੇਟਿਡ ਹੋ ਜਾਣਗੇ, ਉਹਨਾਂ ਵਿੱਚ ਸੈਲਫ ਕੌਨਫੀਡੈਂਸ ਆਏਗਾ। ਸੋ ਦੈਨ ਆਟੋਮੈਟਿਕ ਵੈਨ ਦੇ ਵਿਲ ਬੀ ਵਿਦ ਕੌਨਫੀਡੈਂਸ ਦੇ ਵਿਲ ਅਰਨ ਮੋਰ ਮਨੀ। ਜਦੋਂ ਬੱਚਿਆਂ 'ਚ, ਸਾਡੇ ਨਾਗਰਿਕਾਂ ਵਿੱਚ ਖੁਸ਼ਹਾਲੀ ਆਵੇਗੀ ਤੇ ਦੇਸ਼ ਆਪਣੇ ਆਪ ਖੁਸ਼ਹਾਲ ਹੋਵੇਗਾ। ਹਰ ਘਰ ਜਦੋਂ ਅਮੀਰ ਹੋਏਗਾ, ਹਰ ਘਰ ਰੋਸ਼ਨ ਹੋਏਗਾ, ਹਰ ਬੱਚਾ ਜਿਹੜਾ ਗਿਆਨਵਾਨ ਹੋਏਗਾ, ਤਾਂ ਖੁਸ਼ਹਾਲੀ ਹਰ ਘਰ ਦੇ ਭਾਗ ਚੁੰਮੇਗੀ। ਦੇਸ਼ ਦੀ ਖੁਸ਼ਹਾਲੀ ਡਿਪੈਂਡ ਹੀ ਉਹਦੇ ਨਾਗਰਿਕ ਤੇ ਕਰਦੀ ਹੈ। ਬਿਲਕੁਲ। ਆਖਰੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਬੱਚਿਆਂ ਨਾਲ ਡੇ ਟ੍ਰਿਪ, ਪਿਕਨਿਕ ਤੇ ਜਾਣਾ, ਛੁੱਟੀਆਂ ਮਨਾਉਣੀਆਂ ਕਿੰਨੀਆਂ ਕੁ ਜ਼ਰੂਰੀ ਨੇ? ਵੈਸੇ ਇਹਦਾ ਕਲਚਰ ਹਲੇ ਸਾਡੇ ਲੋਕਾਂ ਤੱਕ ਬਹੁਤਾ ਨਹੀਂ ਪਹੁੰਚਿਆ, ਪਰ ਤੁਸੀਂ ਕੀ ਸਮਝਦੇ ਹੋ ਇਹਦੀ ਕਿੰਨੀ ਕੁ ਅਹਿਮੀਅਤ ਆ ਬੱਚਿਆਂ ਦੀ ਰਿਲੇਸ਼ਨਸ਼ਿਪ ਤੇ ਮਾਪਿਆਂ ਦੀ ਰਿਲੇਸ਼ਨਸ਼ਿਪ ਨੂੰ ਬੈਲੈਂਸ ਰੱਖਣ ਲਈ? ਦੇਖੋ ਜੀ, ਬੱਚਿਆਂ ਦੀ ਹਮੇਸ਼ਾ ਹੀ ਇੱਕ ਖੁਆਇਸ਼ ਹੁੰਦੀ ਹੈ ਕਿ ਮਾਂ-ਬਾਪ ਸਾਨੂੰ ਵੱਧ ਤੋਂ ਵੱਧ ਸਮਾਂ ਦੇਣ, ਸਾਡੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ,
ਉਹ ਵੇਖੋ ਸਾਡੀ ਇੱਕ ਇਹ ਵੀ ਇੱਥੇ ਵੀ ਅਵੇਅਰਨੈਸ ਦੀ ਘਾਟ ਹੋਣ ਕਰਕੇ ਅਸੀਂ ਕੀ ਕਰਦੇ ਹਾਂ, ਆਪਣੇ ਦੋਸਤ ਮਿੱਤਰ ਇਕੱਠੇ ਕਰ ਲੈ, ਆਪਣੇ ਭੈਣ ਭਾਈ ਇਕੱਠੇ ਕਰ ਲੈ, ਅਸੀਂ ਆਪਣੇ ਡੇ ਟ੍ਰਿਪ ਤੇ ਚਲੇ ਜਾਂਦੇ ਹਾਂ। ਉਹਦੇ ਵਿੱਚ ਹੁੰਦਾ ਕੀ ਹੈ ਕਿ ਐਡਲਟਸ ਇੱਕ ਗਰੁੱਪ ਬਣਾ ਕੇ ਬੈਠ ਜਾਂਦੇ ਹਨ, ਬੱਚੇ ਅਲੱਗ ਰਹਿ ਜਾਂਦੇ ਹਨ, ਜਿਹਦੇ ਵਿੱਚ ਕਿ ਬੱਚੇ ਜਦੋਂ ਘਰੋਂ ਜਾਂਦੇ ਹਨ ਉਦੋਂ ਇਹ ਖੁਆਇਸ਼ ਲੈ ਕੇ ਤੁਰਦੇ ਹਨ ਕਿ ਅਸੀਂ ਮਾਂ-ਬਾਪ ਦੇ ਨਾਲ ਟਾਈਮ ਸਪੈਂਡ ਕਰਨ ਜਾ ਰਹੇ ਹਾਂ ਜੀ। ਲੇਕਿਨ ਮਾਂ-ਬਾਪ ਆਪਣੇ ਐਡਲਟਸ ਦੇ ਵਿੱਚ ਆਪਣੇ ਜੋ ਵੀ ਦੋਸਤ ਮਿੱਤਰ ਹੁੰਦੇ ਹਨ ਉਹਨਾਂ ਨਾਲ, ਜੋ ਉਹਨਾਂ ਦੇ ਇੰਟਰਟੇਨਮੈਂਟ ਦੇ ਸੋਰਸ ਹੁੰਦੇ ਹਨ, ਉਹਨਾਂ ਦੇ ਨਾਲ ਰੁੱਝ ਜਾਣ ਦੇ ਕਾਰਨ ਬੱਚਿਆਂ ਨੂੰ ਇੰਨੀ ਤਵੱਜੋ ਨਹੀਂ ਦੇ ਸਕਦੇ। ਉਹ ਤਵੱਜੋ ਨਾ ਦੇਣ ਦੇ ਕਾਰਨ ਜਦੋਂ ਬੱਚੇ ਵਾਪਸ ਘਰ ਆਉਂਦੇ ਹਨ ਤਾਂ ਉਹ ਫਿਰ ਬਜਾਏ ਕਿ ਕਹਿਣ ਦੀ ਬਜਾਏ ਕਿ ਵੀ ਰੀਲੀ ਇੰਜੋਏ, ਉਹ ਕਹਿੰਦੇ ਨੇ ਡੈਡ ਔਰ ਮਾਮ ਯੂ ਰੂਨ ਮਾਈ ਡੇ ਬਟ ਵੀ ਲਰਨ ਫਰਮ ਦੇਅਰ। ਇਸ ਕਰਕੇ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਫੈਮਲੀਆਂ ਵਿੱਚ ਨਾ ਜਾਓ, ਆਪਾਂ ਇੱਥੇ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਹੋ ਸਕਦਾ ਹੈ ਕਿ ਸਾਡੇ 'ਚ ਇਸ ਚੀਜ਼ ਦੀ ਅਵੇਅਰਨੈਸ ਨਾ ਹੋਵੇ ਕਿ ਜਦੋਂ ਵੀ ਤੁਸੀਂ ਜਾਓ ਸਮ ਟਾਈਮ go with the family, just most of the time try to go with your own kids, with your daughter or son, spend all the time and focus with them. ਫਿਰ ਉਹਨਾਂ ਨੂੰ ਪੁੱਛੋ ਜਦੋਂ ਵਾਪਸ ਆਣਗੇ, they will enjoy more than rather than in a big families. ਅੱਜ ਦੇ ਇਸ ਐਪੀਸੋਡ ਦੇ ਅੰਤ ਵਿੱਚ ਮੈਂ ਪੁੱਛਣਾ ਚਾਹਾਂਗਾ, ਇਹਨੂੰ ਸਮ ਅਪ ਕਰਦੇ ਹੋਏ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਸੰਦਰਭ ਦੇ ਵਿੱਚ ਕੁਝ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਪੁੱਛਣੋਂ ਰਹਿ ਗਿਆ ਹੋਵਾਂ, ਉਹ ਸਾਡੇ ਸਰੋਤਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ, ਦੇਖਣ ਵਾਲਿਆਂ ਨੂੰ ਦੱਸਣਾ ਚਾਹੋ। ਸਭ ਤੋਂ ਜ਼ਰੂਰੀ ਮੈਸੇਜ ਤੇ ਮੈਂ ਤੁਹਾਨੂੰ ਇਸ ਸੋਰਸ ਦੇ ਥਰੂ ਘਰ ਘਰ ਤੱਕ ਇਹੀ ਪਹੁੰਚਾਉਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲੇ ਤੇ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਕ ਸਟੇਜ ਤੇ ਆ ਕੇ ਆਪਣੇ ਮੈਸੇਜ ਨੂੰ ਘਰ ਘਰ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ ਹੈ। ਦੂਸਰੀ ਗੱਲ ਇਹ ਹੈ ਕਿ ਜਿਸ ਤਜਰਬੇ ਵਿੱਚੋਂ ਮੈਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਜੀ, ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ 20 ਸਾਲ ਦਾ ਸਫ਼ਰ ਤੈਅ ਕਰਕੇ ਇਹ ਕੁਝ ਲਰਨ ਕਰਨਾ ਪਏ। ਇਹ ਵੀਰ ਜੀ ਹੋਣਾ ਸਭ ਕੁਝ ਉਦੋਂ ਹੀ ਹੈ ਜਦੋਂ ਅਸੀਂ ਇਸ ਚੀਜ਼ ਨੂੰ ਜ਼ਿੰਦਗੀ ਵਿੱਚ ਅਪਲਾਈ ਕਰਨਾ ਹੈ। ਜੇ ਆਪਾਂ ਭਾਰ ਘਟਾਉਣਾ ਹੈ ਤੇ ਆਪਾਂ ਨੂੰ ਪ੍ਰੋਪਰ ਡਾਈਟ ਲੈਣੀ ਪਏਗੀ, ਸਾਨੂੰ ਜਿਮ ਜਾਣਾ ਪਏਗਾ। ਜੇ ਜਿਹੜੀਆਂ ਅਸੀਂ ਗੱਲਾਂ ਹੀ ਕਰੀ ਗਏ ਕਿ ਭਾਰ ਘਟਾਉਣਾ ਹੈ ਤੇ ਜਿਮ ਜਾਣਾ ਨਹੀਂ ਤੇ ਬੈਠੇ ਬਿਠਾਇਆ ਤੇ ਕੋਈ ਕੰਮ ਹੋਣਾ ਨਹੀਂ। ਇਸ ਕਰਕੇ ਅਸੀਂ ਇਸ ਨੂੰ ਬੱਚਿਆਂ ਦੇ ਨਾਲ ਅਟੈਚਮੈਂਟ, ਉਹਨਾਂ ਨਾਲ ਮੁਹੱਬਤ, ਜਿੰਨਾ ਡੀਪਲੀ ਉਹਨਾਂ ਦੇ ਨਾਲ ਅਟੈਚ ਹੋਵਾਂਗੇ ਉਨੀ ਹੀ ਸਾਡੀ ਜ਼ਿੰਦਗੀ ਸੁਹਾਵਣੀ ਹੋਵੇਗੀ। ਪ੍ਰੋਗਰਾਮ ਦੇ ਅੰਤ ਵਿੱਚ ਅਸੀਂ ਸਮੂਹ ਵੇਖਣ ਵਾਲਿਆਂ ਦਾ, ਸੁਣਨ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਡੀ ਫੀਡਬੈਕ ਦੇ ਇੰਤਜ਼ਾਰ ਵਿੱਚ ਹਾਂ। ਔਰ ਨਾਲ ਦੀ ਨਾਲ ਸਿੱਖ ਚੈਨਲ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ ਉੱਥੇ ਅਸੀਂ ਆਪ ਜੀ ਤੋਂ ਵੀ ਇਹ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਸਿੱਖ ਚੈਨਲ ਬਾਰੇ ਵੱਧ ਤੋਂ ਵੱਧ ਅਵੇਅਰ ਕਰੋਗੇ ਤਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੋਂ ਉਹ ਵੀ ਲਾਹਾ ਲੈ ਸਕਣ। ਜੇਕਰ ਤੁਹਾਨੂੰ ਕੁਝ ਅੱਜ ਦੇ ਪ੍ਰੋਗਰਾਮ 'ਚ ਕੋਈ ਇੱਕ ਵੀ ਗੱਲ ਤੁਹਾਨੂੰ ਇਹ ਲੱਗੀ ਹੋਵੇ ਕਿ ਇਹ ਪਹਿਲੀ ਵਾਰੀ ਸੁਣੀ ਹੈ ਜਾਂ ਪਹਿਲੀ ਵਾਰੀ ਸਿੱਖੀ ਹੈ ਤਾਂ ਪਲੀਜ਼ ਇਹਨੂੰ 10 ਹੋਰਾਂ ਨਾਲ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਨਾਲ ਦੀ ਨਾਲ ਜੇ ਹੋ ਸਕੇ ਤਾਂ ਇਹਨੂੰ ਜ਼ਿੰਦਗੀ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰਿਓ। ਨੌਲੇਜ ਇਜ਼ ਪਾਵਰ ਬਟ ਓਨਲੀ ਇਫ ਅਪਲਾਈਡ। ਸੋ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।